ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਭਾਰਤ ਸਰਕਾਰ ਦਾ ਅਦਾਰਾ NCERT ਜਿਹੜਾ ਆਪਣੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਜੋ ਕਿਤਾਬਾਂ ਨੇ, ਪਾਠਕ੍ਰਮ ਨੇ, ਉਹਨੂੰ ਤੈਅ ਕਰਦਾ ਹੈ। ਉਹਦੇ ਵਿੱਚ NCERT ਨੇ ਹੁਣ ਕੁਝ ਕੁ ਤਬਦੀਲੀਆਂ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਬੱਚਿਆਂ ਦੇ ਕਿਤਾਬਾਂ ਦੇ ਵਿੱਚ ਕੁਝ ਕੁ ਕਟੌਤੀਆਂ ਕੀਤੀਆਂ ਨੇ। ਨਾ ਤਬਦੀਲੀਆਂ ਨਹੀਂ ਬਲਕਿ ਕੱਟਿਆ ਹੈ ਕੁਝ ਸਿਲੇਬਸ ਜੋ ਸਾਡੇ ਵਿਦਿਆਰਥੀ ਕਈ ਸਾਲਾਂ ਤੋਂ ਦਹਾਕਿਆਂ ਤੋਂ ਪੜ੍ਹਦੇ ਆ ਰਹੇ ਸੀ। ਉਹ ਸਿਲੇਬਸ ਨੂੰ ਇੱਕ ਵਾਰੀ ਮੈਂ ਤੁਹਾਡੀ ਨਜ਼ਰ ਕਰਦੀ ਹਾਂ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਕੱਟਿਆ ਗਿਆ ਤੇ ਉਹ ਸੁਣਨ ਤੋਂ ਬਾਅਦ ਤੁਹਾਨੂੰ ਵੀ ਥੋੜਾ ਜਿਹਾ ਮਹਿਸੂਸ ਹੋਏਗਾ ਕਿ ਇਹ ਚੀਜ਼ਾਂ ਜੋ ਬੇਹੱਦ ਇੰਪੋਰਟੈਂਟ ਸੀ, ਇਹਨਾਂ ਨੂੰ ਵਿਦਿਆਰਥੀਆਂ ਨੂੰ ਪੜ੍ਹਨ ਤੋਂ ਕਿਉਂ ਰੋਕਿਆ ਗਿਆ। ਇੱਕ ਤਰ੍ਹਾਂ ਦੇ ਨਾਲ ਜਿਹੜੀਆਂ ਕਿਤਾਬਾਂ ਨੇ NCERT ਦੀਆਂ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਹਿਸਟੋਰੀਕਲ ਬੁੱਕ ਹੁੰਦੀ ਹੈ ਜਿਹੜੀ ਕਿ UPSC IPS IAS ਕਰਨ ਵਾਲੇ ਸਿਵਲ ਸਰਵੈਂਟਸ ਵੀ ਜਿਹੜੇ ਉਹ ਰੈਫਰ ਕਰਦੇ ਨੇ ਟਾਈਮ ਟੂ ਟਾਈਮ। ਕੱਟਿਆ ਗਿਆ ਹੈ ਇਸ ਕਰਿਕੂਲਮ ਦੇ ਵਿੱਚੋਂ, ਸਿਲੇਬਸ ਦੇ ਵਿੱਚੋਂ ਲੋਕਤੰਤਰ ਤੇ ਵਿਭਿੰਨਤਾ, ਇਸ ਪੂਰੇ ਚੈਪਟਰ ਨੂੰ ਹੀ ਕੱਟ ਦਿੱਤਾ ਗਿਆ। ਚਾਰਲਸ ਡਾਰਵਿਨ ਜਿਹਨੇ ਥਿਊਰੀ ਆਫ ਐਵੋਲੂਸ਼ਨ ਦਿੱਤੀ ਕਿ ਕਿਵੇਂ ਐਵੋਲੂਸ਼ਨ ਹੁੰਦਾ ਹੈ, ਉਸ ਨੂੰ ਹੀ ਉਹਦੇ ਵਿੱਚ ਕਾਫੀ ਵੱਡੀ ਕਟੌਤੀ ਕੀਤੀ ਗਈ ਹੈ ਔਰ ਚੈਪਟਰ ਦਾ ਨਾਮ ਕੱਟ ਕੇ ਸਿਰਫ ਹੈਰੀਡਿਟਰੀ ਰੱਖ ਦਿੱਤਾ ਗਿਆ ਔਰ ਐਵੋਲੂਸ਼ਨ ਕਿ ਮਨੁੱਖ ਦਾ ਵਿਕਾਸ ਕਿਵੇਂ ਹੁੰਦਾ ਹੈ, ਚੀਜ਼ਾਂ ਦਾ, ਜੀਵਾਂ ਦਾ ਵਿਕਾਸ ਕਿਵੇਂ ਹੁੰਦਾ, ਇਹਨੂੰ ਕੱਟ ਦਿੱਤਾ ਗਿਆ। ਖੇਤੀਬਾੜੀ ਨਾਲ ਜੁੜੀਆਂ ਹੋਈਆਂ ਬਹੁਤ ਚੀਜ਼ਾਂ, ਐਗਰੀਕਲਚਰ, ਖੇਤੀਬਾੜੀ ਦਾ ਦੇਸ਼ ਦੀ ਇਕਨੋਮੀ ਦੇ ਵਿੱਚ ਕੀ ਯੋਗਦਾਨ ਹੈ, ਇੰਪਲੋਇਮੈਂਟ, ਰੋਜ਼ਗਾਰ ਦੇਣ ਦੇ ਵਿੱਚ ਕੀ ਯੋਗਦਾਨ ਹੈ, ਇਹਨੂੰ ਵੀ ਰਿਮੂਵ ਕਰ ਦਿੱਤਾ ਗਿਆ। ਔਰ ਗਲੋਬਲਾਈਜੇਸ਼ਨ ਦਾ ਖੇਤੀਬਾੜੀ ਤੇ ਕੀ ਪ੍ਰਭਾਵ ਹੈ, ਜਿਹੜਾ ਅੱਜ ਦੇ ਸਮੇਂ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ, ਇਹਨੂੰ ਕੱਢ ਦਿੱਤਾ ਗਿਆ। ਭਾਰਤ ਦੀ ਆਬਾਦੀ ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਹੁਣ ਮੋਸਟ ਪੋਪੂਲੇਟਡ ਕੰਟਰੀ ਬਣ ਰਹੇ ਆਪਾਂ, ਪਰ ਸਾਡੇ ਵਿਦਿਆਰਥੀਆਂ ਦੇ ਸਿਲੇਬਸ ਦੇ ਵਿੱਚੋਂ ਆਬਾਦੀ ਔਰ ਆਬਾਦੀ ਦਾ ਕੀ ਪ੍ਰਭਾਵ ਹੈਗਾ ਆ, ਉਸ ਚੈਪਟਰ ਨੂੰ ਰਿਮੂਵ ਕਰ ਦਿੱਤਾ ਗਿਆ। ਪੰਜਾਬ ਔਰ ਬੰਗਲਾਦੇਸ਼, ਇਹਨਾਂ ਦੋਨਾਂ ਸੂਬਿਆਂ ਨੇ ਭਾਰਤ ਔਰ ਪਾਕਿਸਤਾਨ ਦੀ ਵੰਡ ਦਾ ਸੰਤਾਪ ਹੰਡਾਇਆ। ਸਾਡੇ ਸਟੂਡੈਂਟਸ ਦੇ ਚੈਪਟਰਸ ਦੇ ਵਿੱਚੋਂ ਪਾਰਟੀਸ਼ਨ ਦੇ ਨਾਲ ਜੁੜੇ ਹੋਏ ਐਕਸਪੀਰੀਐਂਸਸ, ਰਾਜਨੀਤੀ ਐਂਡ ਮੈਮਰੀਜ਼ ਦਾ ਪੂਰਾ ਚੈਪਟਰ ਹੀ ਕੱਟ ਦਿੱਤਾ ਗਿਆ। ਸੋ ਇਹਦੇ ਪਿਛਲਾ ਜੋ ਕਾਰਨ ਸਰਕਾਰ ਵੱਲੋਂ ਦਿੱਤਾ ਜਾ ਰਿਹਾ, ਕਿਹਾ ਜਾ ਰਿਹਾ ਕਿ COVID-19 ਕਰਕੇ ਬਹੁਤ ਵੱਡਾ ਬੋਝ ਵਿਦਿਆਰਥੀਆਂ ਤੇ ਸੀਗਾ, ਉਸ ਬੋਝ ਨੂੰ ਘਟਾਉਣ ਲਈ ਸਿਲੇਬਸ ਦੀ ਰੈਸ਼ਨਲਾਈਜੇਸ਼ਨ ਕੀਤੀ ਗਈ ਆ। ਇੱਕ ਤਰਕਸ਼ੀਲਤਾ ਦੇ ਨਾਲ ਸਿਲੇਬਸ ਦੇ ਵਿੱਚ ਕੁਝ ਕਟੌਤੀਆਂ ਕੀਤੀਆਂ ਨੇ ਤਾਂ ਕਿ ਵਿਦਿਆਰਥੀ ਵਧੀਆ ਢੰਗ ਦੇ ਨਾਲ ਕਵਰ ਕਰ ਸਕਣ ਔਰ ਬੋਝ ਨਾ ਪਵੇ। ਇਸੇ ਵਿਸ਼ੇ ਤੇ ਗਹਿਰੀ ਗੱਲਬਾਤ ਕਰਨ ਦੇ ਲਈ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਏ ਹਾਂ। ਮੇਰੇ ਨਾਲ ਨੇ ਪੰਜਾਬ ਦੇ ਐਜੂਕੇਸ਼ਨਿਸਟ, ਬਹੁਤ ਵੱਡਾ ਨਾਮ, ਜਿਨ੍ਹਾਂ ਦੀ ਨੌਲੇਜ ਜਿਹੜੀ ਆ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਦੇਖ ਚੁੱਕੇ ਹਾਂ, ਡਾਕਟਰ ਕੁਲਦੀਪ ਸਿੰਘ ਜੀ। ਮੈਂ ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਸਵਾਗਤ ਕਰਦੀ ਹਾਂ। ਸਰ, ਤੁਹਾਡਾ ਮੋਸਟ ਵੈਲਕਮ ਜੀ। ਬਹੁਤ ਬਹੁਤ ਧੰਨਵਾਦ ਸਰ। ਮੈਂ ਇੰਟਰੋਡਕਸ਼ਨ ਦੇ ਵਿੱਚ ਕੁਝ ਐਗਜ਼ਾਮਪਲਸ ਦਿੱਤੀਆਂ, ਇਹ ਬਹੁਤ ਛੋਟੀਆਂ ਐਗਜ਼ਾਮਪਲ ਸੀ, ਜਿਹੜੀਆਂ ਸਿਲੇਬਸ 'ਚ ਕਟੌਤੀਆਂ ਕੀਤੀਆਂ ਗਈਆਂ ਨੇ ਉਹ ਇਸ ਤੋਂ ਵੀ ਬਹੁਤ ਵੱਡੀਆਂ ਨੇ। ਮੈਂ ਤੁਹਾਡੇ ਅੱਗੇ ਪਹਿਲਾ ਸਵਾਲ ਇਹੀ ਰੱਖਣਾ ਚਾਹੁੰਦੀ ਹਾਂ ਕਿ ਸਾਡੇ ਹਰ ਪਰਿਵਾਰ ਦਾ ਬੱਚਾ ਸਕੂਲ ਦੇ ਵਿੱਚ ਕੀ ਪੜ੍ਹੇਗਾ, ਇਹ ਸਰਕਾਰ ਤੈਅ ਕਰ ਰਹੀ ਹੈ। ਭਾਰਤ ਇੱਕ ਲੋਕਤੰਤਰ ਹੈ ਔਰ ਇਸ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਹਿੱਸਾ ਨਹੀਂ ਬਣਾਇਆ ਜਾ ਰਿਹਾ। ਸਰਕਾਰ ਆਪਣੇ ਲੈਵਲ ਤੇ ਹੀ ਬਿਨਾਂ ਕਿਸੇ ਪਬਲਿਕ ਡਿਸਕਸ਼ਨ ਤੋਂ, ਬਿਨਾਂ ਕਿਸੇ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਸੱਦੇ, ਬਿਨਾਂ ਪੇਰੈਂਟਸ ਨੂੰ ਇਹਦਾ ਹਿੱਸਾ ਬਣਾਏ, ਇੱਕ ਡਰਾਫਟ ਦੇ ਕੇ, ਨੋਟੀਫਿਕੇਸ਼ਨਸ ਦੇ ਕੇ ਵਿਦਿਆਰਥੀ ਕੀ ਪੜ੍ਹਨਗੇ ਕੀ ਨਹੀਂ ਪੜ੍ਹਨਗੇ ਇਹ ਤੈਅ ਕਰ ਦਿੰਦੀ ਹੈ। ਇਹ ਕਿਹੜੇ ਆਧਾਰ ਤੇ ਹੋ ਰਿਹਾ ਜੀ? ਕਿਹੜੀ ਤਾਕਤ ਹੈ, ਕਿਹੜੇ ਅਦਾਰੇ ਨੇ, ਕਿਹੜੇ ਦਿਮਾਗ ਨੇ ਦੇ ਪਿੱਛੇ, ਜਿਹੜੇ ਐਡਾ ਵੱਡਾ ਰਿਸਕ ਜਿਹੜੇ ਨੇ ਜਾਂ ਐਡੇ ਵੱਡੇ ਫੈਸਲੇ ਜਿਹੜੇ ਨੇ ਭਾਰਤੀ ਵਿਦਿਆਰਥੀਆਂ ਲਈ ਲੈ ਰਹੇ ਨੇ? ਦੇਖੋ, ਇਹਦੇ 'ਚ ਤੁਸੀਂ ਵੈਸੇ ਇਹ ਜਿਹੜਾ ਹੁਣ ਬਹਿਸ ਆ ਇਹ ਬੜੀ ਸੀਰੀਅਸਲੀ ਚੱਲ ਰਹੀ ਆ ਕਿ ਜਿਸ ਕਿਸਮ ਨਾਲ 2005 ਦਾ ਨੈਸ਼ਨਲ ਕਰਿਕੂਲਮ ਫਰੇਮਵਰਕ ਸੀ, ਉਹਦੇ ਆਧਾਰ ਤੇ ਇਹ ਕਿਤਾਬਾਂ ਬਣੀਆਂ ਸੀ ਤੇ ਸਿਲੇਬਸ ਪੜ੍ਹਾਇਆ ਜਾਂਦਾ ਸੀ। ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ। ਪਿੱਛੇ 1835 ਚ ਜਦੋਂ ਮੈਕਾਲੇ ਮਿਨਟ ਆਇਆ, ਉਹਨੇ ਇੱਕ ਸੈੱਟ ਪੈਟਰਨ ਦਿਖਾਤਾ ਸੀ ਵੀ ਜਦੋਂ ਵੀ ਕੋਈ ਕਲਚਰ ਦੇ ਲੈਵਲ ਤੇ, ਸੱਭਿਆਚਾਰ ਦੇ ਲੈਵਲ ਤੇ, ਪਾਵਰ ਦੇ ਲੈਵਲ ਤੇ, ਤਾਕਤ ਦੇ ਤੌਰ ਤੇ, ਲੰਬੇ ਰੂਲ ਦੇ ਤੌਰ ਤੇ ਕਿਸੇ ਰੂਲਰ ਨੇ ਰੂਲ ਕਰਨਾ ਹੁੰਦਾ ਤਾਂ ਉਹਨੂੰ ਐਜੂਕੇਸ਼ਨ ਸਿਸਟਮ ਦੇ ਅੰਦਰ ਬਹੁਤ ਇੰਟਰਵੀਨ ਕਰਨਾ ਪੈਂਦਾ, ਦਾਖਲ ਦੇਣਾ ਪੈਂਦਾ, ਉਹਦੇ ਵਿੱਚ ਸ਼ਾਮਲ ਹੁੰਦਾ। ਉਦੋਂ 1835 ਦਾ ਜਿਹੜਾ ਡਾਕੂਮੈਂਟ ਸੀਗਾ, ਜਿਹਨੂੰ ਮੈਕਾਲੇ ਮਿਨਟਸ ਕਿਹਾ ਜਾਂਦਾ, ਉਹਦੇ 'ਚ ਬੜੀ ਕਲੀਅਰ ਕੱਟ ਸੀ
ਕਿ ਸਾਰੀ ਦੇ ਸਾਰੀ ਜਿਹੜੀ ਉੱਪਰਲੀ ਪਾਵਰ ਸਟਰਕਚਰ ਆ ਉਹਦੇ ਲਈ ਸਾਨੂੰ ਕਲਰਕ ਤੇ ਹੋਰ ਚਾਹੀਦੇ ਆ। ਇਸ ਕਰਕੇ ਇੰਗਲਿਸ਼ ਮਾਧਿਅਮ ਦੇ ਵਿੱਚ ਨੌਲੇਜ ਆ ਤੇ ਉਹੀ ਚਾਹੀਦੇ। ਦੂਜੀਆਂ ਜਿਹੜੀਆਂ ਵਰਨੈਕੂਲਰ ਭਾਸ਼ਾਵਾਂ ਦੇ ਵਿੱਚ ਸਕੂਲ ਸੰਸਥਾਵਾਂ ਖੁੱਲੀਆਂ ਹੋਈਆਂ ਨੇ ਉਹਦੀ ਕੋਈ ਬਹੁਤ ਰੈਲੇਵੈਂਸ ਹੈ ਨਹੀਂ। ਇਸ ਕਰਕੇ ਉਹ ਇੱਕ ਬਹਿਸ ਚੱਲਦੀ ਰਹੀ ਲਗਾਤਾਰ, ਜਿਹੜਾ ਕਿਉਂਕਿ ਸਾਡੇ ਇਸ ਖਿੱਤੇ ਦੀ ਨੌਲੇਜ ਬੇਹੱਦ ਵੱਡੇ ਪੱਧਰ ਤੇ ਇਸ ਕਿਸਮ ਨਾਲ ਆ। ਇਹਦੀਆਂ ਬਹੁਤ ਭਾਸ਼ਾਵਾਂ ਨੇ, ਬਹੁਤ ਕਲਚਰਸ ਨੇ, ਬੜੀਆਂ ਟ੍ਰੈਡੀਸ਼ਨਸ ਨੇ, ਉਹਨਾਂ ਨੂੰ ਸਕੂਲਾਂ ਰਾਹੀਂ ਐਜੂਕੇਸ਼ਨ ਰਾਹੀਂ ਹੀ ਸ਼ਾਮਲ ਹੋਣਾ ਹੁੰਦਾ, ਜੋ ਸਿਸਟਮ ਦੇ ਵਿੱਚ ਨਹੀਂ ਆਉਂਦੀਆਂ। ਤਾਂ 19ਵੀਂ ਸਦੀ ਦੀ ਸਮੁੱਚੀ ਬਹਿਸ ਆ ਜਿਹੜੀ, ਚਾਹੇ ਉਹ ਵੱਖ-ਵੱਖ ਸਕੂਲ ਖੁੱਲਦੇ ਨੇ, ਚਾਹੇ ਸੰਸਥਾਵਾਂ ਖੁੱਲਦੀਆਂ ਨੇ, ਉਹਦੇ ਚ ਲਗਾਤਾਰ, ਕਿਉਂਕਿ ਸਾਡੇ ਚਾਹੇ ਕਾਸਟ ਦਾ ਮਸਲਾ ਸੀ, ਚਾਹੇ ਵੂਮਨ ਦੇ ਉੱਪਰ ਦਾਬੇ ਦਾ ਮਸਲਾ ਸੀ, ਚਾਹੇ ਪੈਟਰੀਆਰਕੀ ਦਾ, ਉਹਦੇ ਖਿਲਾਫ ਜਿਹੜੇ ਰਿਫਾਰਮਿਸਟ ਸੀਗੇ ਉਹਨਾਂ ਨੇ ਲਗਾਤਾਰ ਐਜੂਕੇਸ਼ਨ ਦੇ ਅੰਦਰ ਇਸ ਕਿਸਮ ਦੀ ਲਿਬਰੇਸ਼ਨ ਵਾਸਤੇ ਲਗਾਤਾਰ ਕਿਤਾਬਾਂ, ਕਹਾਣੀ ਲੋਕਾਂ ਦੇ ਜੀਵਨ ਨਾਲ ਜੁੜੀਆਂ, ਤਾਂ ਕਿ ਐਜੂਕੇਸ਼ਨ ਐਜ਼ ਏ ਇਸ ਕਿੱਤੇ ਚ ਜੋ ਪਹਿਲਾਂ ਟ੍ਰੈਡੀਸ਼ਨ ਤੁਰੀ ਆਉਂਦੀ ਸੀ ਇਨਲਾਈਟਨਮੈਂਟ ਦਾ ਪ੍ਰੋਜੈਕਟ ਦੇ ਤੌਰ ਤੇ ਵਿਕਸਿਤ ਹੋਵੇ। ਉਹ ਚੋਂ ਆ ਕੇ ਜਦੋਂ ਜੋਤੀ ਰਾਏ ਫੂਲੇ ਹੋਣੀ ਬਹੁਤ ਜ਼ੋਰ ਨਾਲ ਇਸ ਗੱਲ ਤੇ ਦਿੰਦੇ ਆ ਕਿ ਸਾਡੀ ਸੁਸਾਇਟੀ 'ਚ ਗੈਰ ਬਰਾਬਰਤਾ ਵੀ ਆ, ਤੇ ਨਾਲ ਹੀ ਸਾਡੀ ਸੁਸਾਇਟੀ ਦੇ ਵਿੱਚ ਜਿਹੜੀਆਂ ਵੱਖ-ਵੱਖ ਪੱਧਰ ਤੇ ਜਾਤੀ ਤੇ ਹੋਰ ਬੰਦਸ਼ਾਂ ਨੇ, ਉਹਨੂੰ ਤੋੜਨ ਵਾਸਤੇ ਸਾਨੂੰ ਐਜੂਕੇਸ਼ਨ ਦੇ ਪ੍ਰੋਜੈਕਟ ਦੇ ਤੌਰ ਤੇ ਇਹਦੀ ਜੋ ਲੋਕਾਂ ਤੇ ਦਬਾਅ ਪੈ ਰਿਹਾ ਜਾਂ ਲੋਕਾਂ ਦੇ ਨਾਲ ਕਿਸੇ ਕਿਸਮ ਦੀ ਜੀਵਨ ਜਾਂਚ ਤੇ ਅਸਰ ਪੈ ਰਿਹਾ, ਉਹਦੇ ਖਿਲਾਫ ਐਜੂਕੇਸ਼ਨ ਦੇ ਪੱਧਰ ਤੇ ਸਾਨੂੰ ਤਬਦੀਲੀ ਕਰਨ ਦੀ ਲੋੜ ਆ। ਇਸ ਸਿਲਸਿਲੇ ਦੇ ਚੱਲਦਿਆਂ 1937 ਦੇ ਵਿੱਚ ਆ ਕੇ ਨਈ ਤਾਲੀਮ ਦਾ ਕਨਸੈਪਟ ਸਾਡੇ ਐਜੂਕੇਸ਼ਨਿਸਟ ਲੈ ਕੇ ਆਉਂਦੇ ਆ ਕਿ ਨਵਾਂ ਸੱਭਿਆਚਾਰ ਅਸੀਂ ਵਿਕਸਿਤ ਕਰਨਾ, ਜਿਸ ਉਸ ਕਿਸਮ ਦਾ ਸਾਨੂੰ ਸਿਲੇਬਸ ਪਾਠਕ੍ਰਮ ਸਕੂਲਾਂ 'ਚ ਪੜ੍ਹਾਇਆ। ਕਿਉਂਕਿ ਸਾਡੀ 19ਵੀਂ ਸਦੀ ਬਹੁਤੀ ਇਸ ਕਿਸਮ ਦੀ ਸੀ ਜਦੋਂ ਅੰਗਰੇਜ਼ਾਂ ਦਾ ਦਬਦਬਾ ਸੀ, ਉਹ ਸੰਸਥਾਵਾਂ 'ਚ ਉਸ ਕਿਸਮ ਨਾਲ ਚਲਾਉਂਦੇ ਸੀ। ਸਾਡੀ ਇਹ ਜਿਹੜੀ ਇਸ ਖਿੱਤੇ ਦੀਆਂ, ਇਸ ਮੁਲਕ ਦੀਆਂ ਜਿਹੜੀਆਂ ਪਾਵਰਫੁਲ ਟ੍ਰੈਡੀਸ਼ਨਸ ਜਿਹੜੀਆਂ ਸੀ, ਉਹ ਕਿਤਾਬਾਂ 'ਚ ਹੋਰ ਚੀਜ਼ 'ਚ ਰਿਫਲੈਕਟ ਨਹੀਂ ਸੀ ਹੁੰਦੀਆਂ। ਇਸ ਕਰਕੇ ਉਹ ਪਾਠਕ੍ਰਮ ਨੂੰ ਕਦੇ ਕਹਾਣੀ, ਇੱਕ ਤਾਂ ਜੀਵਨ ਦਾ ਐਕਸਪੀਰੀਅੰਸ ਪਲੱਸ ਲੋਕਾਂ ਦੇ ਸਟਰਗਲ ਦਾ ਐਕਸਪੀਰੀਅੰਸ, ਉਹ ਲਗਾਤਾਰ ਇਹਦੇ ਵਿੱਚ ਸ਼ਾਮਲ ਕਰਦੇ ਆਉਂਦੇ ਸੀ। ਜਦੋਂ ਹੀ ਦੇਸ਼ ਆਜ਼ਾਦ ਹੁੰਦਾ, ਉਸ ਤੋਂ ਬਾਅਦ ਜਿਹੜਾ ਵੱਖ-ਵੱਖ ਪੱਧਰ ਤੇ ਇਸ ਤੇ ਬਹਿਸਾਂ ਚੱਲਦੀਆਂ ਨੇ, ਜਦੋਂ ਕਠਾਰੀ ਕਮਿਸ਼ਨ ਆਉਂਦਾ, ਜਦੋਂ ਉਹ ਪਾਠਕ੍ਰਮ ਦੇ ਮਸਲੇ ਨੂੰ ਡੀਲ ਕਰਦੇ ਨੇ, ਉਹ ਬੇਹੱਦ ਵੱਡੇ ਪੱਧਰ ਤੇ ਜ਼ੋਰ ਇਸ ਗੱਲ ਤੇ ਦਿੰਦੇ ਨੇ ਕਿ ਇੰਨੀਆਂ ਰੰਗ, ਇੰਨੀਆਂ ਭਾਸ਼ਾਵਾਂ, ਇੰਨੇ ਕਲਚਰ, ਇੰਨੀਆਂ ਬੋਲੀਆਂ, ਇੰਨੀਆਂ ਟ੍ਰੈਡੀਸ਼ਨਸ, ਇਸ ਕਰਕੇ ਸਾਰੇ ਖਿੱਤਿਆਂ ਦੀਆਂ ਜਿਹੜੀਆਂ ਅਸੈਂਬਲੀਜ਼ ਬਹਿਸ ਕਰਦੀਆਂ ਨੇ, ਉਸ ਨੂੰ ਆਧਾਰ ਤੇ ਫਿਰ ਕਰਿਕੂਲਮ ਡਿਵੈਲਪ ਕੀਤਾ ਜਾਂਦਾ, ਪਾਠਕ੍ਰਮ, ਕਿ ਸਕੂਲ ਦੇ ਵਿੱਚ ਪੜ੍ਹਾਈ ਕਿਹੜੀ ਚੀਜ਼ ਦਿੱਤੀ ਜਾਵੇ, ਕਿਸ ਕਿਸਮ ਨਾਲ। ਉਹ ਤੋਂ ਪਹਿਲਾਂ ਸਾਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੋਣਾ ਨੇ ਜਦੋਂ ਪ੍ਰੋਫੈਸਰ ਜਸ਼ਪਾਲ ਉਹਨਾਂ ਨੂੰ ਇੱਕ ਵਾਰੀ ਮੁਲਾਕਾਤ ਕੀਤੀ, ਉਹਨਾਂ ਨੇ ਕਿਹਾ ਕਿ ਸਾਨੂੰ ਸਾਇੰਟੀਫਿਕ ਟੈਂਪਲਾਂ ਦੀ ਲੋੜ ਆ, ਸਾਨੂੰ ਵਿਗਿਆਨ ਦੇ ਮੰਦਰਾਂ ਦੀ ਲੋੜ ਆ, ਅੱਜ ਕੱਲ੍ਹ ਸੰਸਥਾਵਾਂ ਦੀ ਲੋੜ ਆ, ਤਾਂ ਕਿ ਇਸ ਖਿੱਤੇ 'ਚ ਵਿਗਿਆਨਕ ਸੋਚ ਵਿਕਸਿਤ ਹੋ ਸਕੇ। ਇਸ ਕਰਕੇ ਜਦੋਂ 1964 ਦੇ ਤੋਂ ਬਾਅਦ 'ਚ ਫਿਰ ਕੀ ਆ, ਉਹ ਜਨਰਲ ਜਦੋਂ ਐਜੂਕੇਸ਼ਨ ਪਾਲਿਸੀ ਬਣਦੀ ਆ, ਉਸ ਪਾਲਿਸੀ ਤੋਂ ਬਾਅਦ ਫਿਰ ਇੱਕ ਕਰਿਕੂਲਮ ਫਰੇਮਵਰਕ ਬਣਦਾ। ਪਹਿਲਾਂ 1975 'ਚ, ਕਿਉਂਕਿ 64 ਤੋਂ ਬਾਅਦ 1975 'ਚ ਜਦੋਂ ਬਣਦਾ ਤਾਂ 200 ਦੇ ਲਗਭਗ ਐਜੂਕੇਸ਼ਨਿਸਟ ਟੌਪ ਦੇ ਇਕੱਠੇ ਹੁੰਦੇ ਨੇ। ਉਹ ਇਕੱਠੇ ਹੋ ਕੇ ਵੱਖ-ਵੱਖ ਲੈਵਲ ਤੇ ਕਿ ਕਿਵੇਂ ਕਿਤਾਬਾਂ, ਸਿਲੇਬਸ ਕਿਸ ਕਿਸਮ ਨਾਲ ਬਣਾਏ ਜਾਣ, ਉਹ ਪਹਿਲੀ ਅਟੈਂਪਟ ਸੀ। ਉਦੋਂ ਬਾਅਦ 'ਚ ਆ ਕੇ 75ਵਿਆਂ ਤੋਂ ਬਾਅਦ ਫਿਰ ਜਦੋਂ 1986 ਦੀ ਐਜੂਕੇਸ਼ਨ ਪਾਲਿਸੀ, ਕਿਉਂਕਿ ਜਦੋਂ ਪਾਠਕ੍ਰਮ ਬਣਨਾ ਉਹਦਾ ਬੁਨਿਆਦ ਐਜੂਕੇਸ਼ਨ ਪਾਲਿਸੀ 'ਚ ਵੀ ਹੁੰਦੀ ਆ। ਫਿਰ 1988 ਦੇ ਵਿੱਚ ਇਸੇ ਕਿਸਮ ਨਾਲ ਐਜੂਕੇਸ਼ਨ ਨੈਸ਼ਨਲ ਕਰਿਕੂਲਮ ਫਰੇਮਵਰਕ ਬਣਦਾ। ਉਹ ਤੋਂ ਬਾਅਦ ਨੈਸ਼ਨਲ ਕਰਿਕੂਲਮ ਫਰੇਮਵਰਕ ਫਿਰ ਆ ਕੇ ਇੱਕ ਵਾਰੀ ਵਿੱਚ 2000 ਦੇ ਵਿੱਚ ਜਦੋਂ ਮੁਰਲੀ ਮਨੋਹਰ ਜੋਸ਼ੀ ਐਜੂਕੇਸ਼ਨ ਮਿਨਿਸਟਰ ਆਉਂਦੇ ਨੇ MHRD ਦੇ, ਤਾਂ ਉਸ ਦੇ ਵਿੱਚ ਜੇ ਪ੍ਰੋਫੈਸਰ ਰਾਜਪੂਤ ਹੋਣਾ ਨੂੰ ਚੇਅਰਪਰਸਨ ਲਾ ਕੇ NCERT ਦਾ, ਉਦੋਂ ਵੀ ਇੱਕ ਨੈਸ਼ਨਲ ਕਰਿਕੂਲਮ ਫਰੇਮਵਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਤੋਂ ਬਾਅਦ ਚ ਆ ਕੇ 2005 ਚ ਨੈਸ਼ਨਲ ਕਰਿਕੂਲਮ ਫਰੇਮਵਰਕ ਬਹੁਤ ਵੱਡੀ ਡਿਬੇਟ ਚ, ਜਿਹਦੇ ਚ ਪ੍ਰੋਫੈਸਰ ਜਸ਼ਪਾਲ ਹੋਣੀ ਨੂੰ ਚੇਅਰਪਰਸਨ ਲਾਇਆ ਜਾਂਦਾ, ਕਿਉਂਕਿ ਪ੍ਰੋਫੈਸਰ ਜਸ਼ਪਾਲ ਹੋਣੀ 150 ਐਪੀਸੋਡ ਸਾਇੰਸ ਦੇ ਦੇ ਸਕੇ ਸੀ ਕਿ ਇੰਨੀ ਬੱਚੇ ਚ ਕ੍ਰੀਏਟਿਵਿਟੀ ਹੁੰਦੀ ਆ। ਉਹ ਤੋਂ ਪਹਿਲਾਂ ਇੱਕ ਉਹਨਾਂ ਨੇ ਦੇ ਦਿੱਤਾ ਸੀ ਇਹ ਪੱਖ ਵੀ ਕਿ ਜਿਹੜੇ ਹੁੰਦਾ ਬੱਚੇ ਨੂੰ ਪੜ੍ਹਾਇਆ ਜਾਵੇ ਸਕੂਲ
ਜਾਂ ਬੱਚਾ ਬੈਗ ਤੋਂ ਬਿਨਾਂ ਜਾਵੇ, ਬਰਡਨ ਤੋਂ ਬਿਨਾਂ ਜਾਵੇ। ਇਸ ਕਰਕੇ ਉਹ ਕਹਿੰਦੇ ਬੱਚੇ ਦੀ ਕ੍ਰੀਏਟਿਵਿਟੀ ਆ ਜਿਹੜੀ ਉਹ ਨਹੀਂ ਮਰਨੀ ਚਾਹੀਦੀ। ਉਹਨੂੰ ਵੀ ਬੁਨਿਆਦ ਬਣਾ ਕੇ ਉਹਦੇ ਵਿੱਚ 2005 ਦਾ ਸਿਲਸਿਲਾ ਸ਼ੁਰੂ ਹੋਇਆ। ਤੁਹਾਡਾ ਇਹ ਹਿਸਟੋਰੀਕਲ ਪਰਸਪੈਕਟਿਵ ਤੁਸੀਂ ਸਾਨੂੰ ਬਹੁਤ ਵਧੀਆ ਜਾਣੂ ਕਰਵਾਇਆ ਸਰ ਕਿ ਕਿਵੇਂ ਡਿਵੈਲਪਮੈਂਟ ਹੋਈ ਐਜੂਕੇਸ਼ਨ ਦੇ ਵਿੱਚ। ਮੇਰੇ ਇਹਦੇ ਵਿੱਚੋਂ ਹੀ 2 ਸਵਾਲ ਨੇ ਤਾਂ ਕਿ ਆਡੀਅנס ਦੀ ਸਮਝ ਲਈ ਆਪਾਂ ਥੋੜਾ ਸੌਖਾ ਕਰ ਦਈਏ। ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗੀ ਕਿ ਸਰ ਤੁਹਾਡੀ ਗੱਲਾਂ ਤੋਂ ਹੀ ਸਮਝ ਆਇਆ ਕਿ ਸਭ ਤੋਂ ਪਹਿਲਾਂ ਇੱਕ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਦੀ ਹੈ। ਉਹਦੇ ਵਿੱਚੋਂ ਨੈਸ਼ਨਲ ਐਜੂਕੇਸ਼ਨ ਜਾਂ ਨੈਸ਼ਨਲ ਕਰਿਕੂਲਮ ਫਰੇਮਵਰਕ ਨਿਕਲਦਾ ਹੈ ਔਰ ਉਹਦੇ ਵਿੱਚੋਂ ਹੀ ਫਿਰ ਜਿਹੜਾ ਵਿਦਿਆਰਥੀਆਂ ਦਾ ਸਿਲੇਬਸ ਜਿਹੜਾ ਉਹ ਡਿਸਾਈਡ ਹੁੰਦਾ ਹੈ। ਸੋ ਜਿਹੜੀ ਹੁਣ ਨਵੀਂ ਸਰਕਾਰ ਹੈ, ਮੋਦੀ ਸਰਕਾਰ ਹੈ, ਇਹਨਾਂ ਵੱਲੋਂ 2020 ਦੇ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਾਈ ਗਈ ਸੀ ਔਰ ਹੁਣ ਜਿਹੜੀ ਇਹ ਰੈਸ਼ਨਲਾਈਜੇਸ਼ਨ ਕੀਤੀ ਗਈ ਆ, ਸਿਲੇਬਸ ਦੀਆਂ ਕਟੌਤੀਆਂ ਕੀਤੀਆਂ ਗਈਆਂ ਨੇ। ਸੋ ਇਹਦਾ ਮਤਲਬ ਹੈ ਕਿ ਇਹਦੇ ਪਿੱਛੇ ਇਹਨਾਂ ਨੇ ਇੱਕ ਬਹੁਤ ਵੱਡੀ ਫਰੇਮਵਰਕ ਬਣਾਇਆ ਜਿਹੜਾ ਜਿਹਨੂੰ ਤੁਸੀਂ ਪਾਠਕ੍ਰਮ ਕਹਿ ਰਹੇ ਹੋ ਕਿ ਇਹਦਾ ਮਤਲਬ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਵੀ ਤਬਦੀਲੀਆਂ, ਹੋਰ ਵੀ ਵੱਡੀਆਂ ਚੇਂਜਸ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਮਿਲਣਗੀਆਂ ਸਰ। ਦੇਖੋ ਇਹ ਹੀ ਮਹੱਤਵਪੂਰਨ ਸਵਾਲ ਆ ਵੀ ਜਿਹੜੀ ਕਟੌਤੀ ਹੈ ਇੱਕ ਹਿੱਸਾ ਜਿਹੜਾ ਜਿਵੇਂ ਮੈਂ ਥੋੜਾ ਜਿਹਾ 2005 ਦੇ ਵਿੱਚ ਨੈਸ਼ਨਲ ਕਰਿਕੂਲਮ ਫਰੇਮਵਰਕ 2005 ਬਣਦਾ ਜਦੋਂ ਉਸ ਵੇਲੇ 35 ਹਿੰਦੁਸਤਾਨ ਦੇ ਵੱਡੇ ਐਜੂਕੇਸ਼ਨਿਸਟ ਆ ਜਿਹੜੇ ਉੱਤੇ ਸ਼ਾਮਲ ਹੁੰਦੇ ਨੇ, ਜਿਹਦੇ ਚ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਡਾਇਰੈਕਟਰ ਐਨਸੀਈਆਰਟੀ ਦੇ ਜਿਹੜੇ ਸੀ ਐਨਸੀਐਫ 2005 ਦੇ ਮੇਨ ਪ੍ਰਬੰਧਕ ਉਹ ਬਣਦੇ ਨੇ, ਪ੍ਰੋਫੈਸਰ ਰਾਮਾ ਚੰਦਰ ਗੋਹਾ ਬਣਦੇ ਨੇ, ਇਸੇ ਤਰ੍ਹਾਂ ਪ੍ਰੋਫੈਸਰ ਗੋਪਾਲ ਗੁਰੂ ਨੇ ਉਹ ਬਣਦੇ ਨੇ। ਕਹਿਣ ਦਾ ਭਾਵ ਹੈ ਰਮਲਾ ਥਾਪਰ ਹੁੰਦੇ ਨੇ ਉਹਦੇ ਚ, ਵੱਡੇ ਵੱਡੇ ਸਾਡੇ ਜਿਨ੍ਹਾਂ ਨੇ ਬਹੁਤ ਆਪਣੇ ਫੀਲਡਾਂ 'ਚ ਬੜਾ ਵੱਡਾ ਕੰਮ ਕੀਤਾ ਸੀ, ਉਹਨਾਂ ਦੇ ਆਧਾਰ ਤੇ 21 ਵਰਕਿੰਗ ਗਰੁੱਪ ਬਣਦੇ ਨੇ। ਉਹ ਵਰਕਿੰਗ ਗਰੁੱਪ ਆ ਕਿ ਸਾਇੰਸ ਦੀਆਂ ਕਿਸ ਕਿਸਮ ਦੀ ਡਾਇਰੈਕਸ਼ਨ ਬਣੂਗੀ, ਕਿਸ ਕਿਸਮ ਦੀਆਂ ਕਿਤਾਬਾਂ ਬਣਨਗੀਆਂ, ਕਿਵੇਂ ਪੜ੍ਹਾਇਆ ਜਾਊ, ਕਿਵੇਂ ਉਹਨਾਂ ਦੀ ਟੀਚਿੰਗ ਹੋਊਗੀ, ਕਿਸ ਕਿਸ ਲੈਵਲ ਤੇ ਸਾਡੇ ਕੋਲੇ ਉਹ ਪੱਖ ਜਿਹੜੇ ਆ ਉਹ ਡੀਲ ਕੀਤੇ ਜਾਣਗੇ। ਕਹਿਣ ਦਾ ਭਾਵ ਹੈ ਕਿ 21 ਵਰਕਿੰਗ ਗਰੁੱਪਾਂ ਨੇ ਇਸ ਕਿਸਮ ਦਾ ਕੰਮ ਕੀਤਾ ਕਿ ਵੱਖ-ਵੱਖ ਜਿਹੜੇ ਸਕੂਲ ਬੋਰਡ ਸੀ ਸਟੇਟਾਂ ਦੇ ਉਹਨਾਂ ਨੂੰ ਸ਼ਾਮਲ ਕੀਤਾ। ਜਦੋਂ ਭਾਸ਼ਾਵਾਂ ਦਾ ਮਸਲਾ ਆਇਆ ਉਹ ਵੱਖ-ਵੱਖ ਸਟੇਟਾਂ ਦੇ ਹਿੱਸਿਆਂ ਨੂੰ ਸ਼ਾਮਲ ਕੀਤਾ ਗਿਆ। ਜਦੋਂ ਵੱਖ-ਵੱਖ ਸਾਇੰਸ ਦਾ ਵਿਕਸਿਤ ਕਰਨਾ ਸੀ ਉਹਨੂੰ ਸਾਇੰਸ ਦੇ ਟੀਚਰਾਂ ਨੂੰ, ਐਸੋਸੀਏਸ਼ਨਾਂ ਨੂੰ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਬੋਰਡਾਂ ਨੂੰ ਸ਼ਾਮਲ ਕੀਤਾ ਗਿਆ। ਕਹਿਣ ਦਾ ਭਾਵ ਆ 21 ਵਰਕਿੰਗ ਗਰੁੱਪਾਂ ਨੇ ਇੰਨੇ ਮਿਹਨਤ ਮਾਰ ਕੇ ਉਹ ਨੈਸ਼ਨਲ ਕਰਿਕੂਲਮ ਫਰੇਮਵਰਕ 2005 ਦੀਆਂ ਦਿਸ਼ਾਵਾਂ ਦੇ ਤਹਿਤ ਉਹਦੇ ਚ ਇੱਕ ਬਹੁਤ ਵੱਡਾ ਪੱਖ ਜਿਹੜਾ ਪਾਇਆ ਗਿਆ ਸੀ ਕਿ ਨੌਲੇਜ ਬਾਹਰ ਬਹੁਤ ਜ਼ਿਆਦਾ ਹੁੰਦੀ ਆ, ਵੀ ਬੱਚੇ ਦੇ ਅੰਦਰ ਜਿਹੜੀ ਪਈ ਨੌਲੇਜ ਆ ਉਹਨੂੰ ਐਜੂਕੇਸ਼ਨ ਚ ਸਿਲੇਬਸ ਕਿਤਾਬਾਂ ਚ ਕਿਵੇਂ ਕਿਵੇਂ ਸ਼ਾਮਲ ਕੀਤਾ ਜਾਵੇ। ਉਹਦੇ ਆਧਾਰ ਤੇ ਸਾਡਾ ਸਾਰਾ ਸਿਲਸਿਲਾ ਚੱਲਦਾ ਗਿਆ। ਉਹ ਤੋਂ ਬਾਅਦ ਜਦੋਂ ਹੁਣ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਆਉਂਦੀ ਆ, ਇਸ ਪਾਲਿਸੀ ਦੇ ਵਿੱਚ ਕਾਫੀ ਹੱਦ ਤੱਕ, ਕਿਉਂਕਿ ਇੱਕ ਤਾਂ ਪਾਲਿਸੀ ਆਈ ਕਰੋਨਾ ਦੇ ਦੌਰ ਦੇ ਵਿੱਚ ਆਈ, ਬਿਨਾਂ ਸਟੇਟਾਂ ਨੂੰ ਪੁੱਛੇ ਤੇ ਆਈ, ਕੋਈ ਇਹਦੇ ਤੇ ਡਿਸਕਸ਼ਨ ਨਹੀਂ ਆਈ। ਇਸ ਪਾਲਿਸੀ ਨੇ ਪੁਰਾਣਾ ਜਿਹੜੇ ਕੀਤੇ ਹੋਏ ਤਜਰਬੇ ਸੀ ਜਾਂ ਐਕਸਪੀਰੀਅੰਸ ਸੀਗੇ ਜਾਂ ਜੋ ਵੀ ਪਹਿਲੂ ਸੀਗੇ ਉਹਨੂੰ ਕਿਸੇ ਪੱਧਰ ਤੇ ਇਹਦੇ ਵਿੱਚ ਸ਼ਾਮਲ ਨਹੀਂ ਕੀਤਾ। ਉਹ ਤੋਂ ਬਾਅਦ ਚ ਕੀ ਹੈ, ਜਦੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਆਈ ਉਹਦੇ ਵਿੱਚੋਂ ਨੈਸ਼ਨਲ ਕਰਿਕੂਲਮ ਫਰੇਮਵਰਕ ਆ ਜਿਹੜਾ 2023 ਆ ਜਿਹੜਾ ਹੁਣ ਪਾਇਆ ਐਨਸੀਈਆਰਟੀ ਨੇ। ਪਹਿਲਾਂ ਜਿਹੜੇ ਸੀਗੇ ਕੋਈ ਸੀਗਾ ਮੰਨ ਲਓ 50 ਪੇਜ ਦਾ ਸੀ, ਕੋਈ 80 ਪੇਜ ਦਾ ਸੀ। ਜਿਹੜਾ ਐਨਸੀਐਫ 2005 ਸੀ 159 ਪੇਜ ਦਾ ਸੀ, ਇਹ 628 ਪੇਜ ਦਾ ਵਾ। ਨੈਸ਼ਨਲ ਕਰਿਕੂਲਮ ਫਰੇਮਵਰਕ ਦਾ ਭਾਵ ਹੁੰਦਾ ਤੁਸੀਂ ਇੱਕ ਡਾਇਰੈਕਸ਼ਨ ਦੇਣੀ ਆ, ਇੱਕ ਦਿਸ਼ਾ ਦੇਣੀ ਆ ਨੈਸ਼ਨਲ ਲੈਵਲ ਤੇ। ਇਹ ਨਹੀਂ ਵੀ ਤੁਸੀਂ ਸਿਲੇਬਸ ਹੀ ਬਣਾ ਕੇ ਥੱਲੇ ਤੱਕ ਭੇਜ ਦੇਣਾ, ਉਹਦੀ ਪੂਰੀ ਡਾਇਰੈਕਸ਼ਨ ਦੇ ਦੇਣੀ ਆ। ਇਸ ਕਰਕੇ ਖਤਰਨਾਕ ਆ ਜਿਹੜਾ ਹੁਣ ਨੈਸ਼ਨਲ ਕਰਿਕੂਲਮ ਫਰੇਮਵਰਕ। ਪਹਿਲਾਂ ਪਾਲਿਸੀ ਬਾਰੇ ਨਹੀਂ ਪੁੱਛਿਆ ਗਿਆ, ਪਾਲਿਸੀ ਸੀ 400 ਪੇਜ ਦੇ ਲਗਭਗ, ਇਹ 628 ਦਾ। ਹਲੇ ਉਹਨਾਂ ਨੇ ਕਿਹਾ 9 ਹੋਰ ਵੱਖ-ਵੱਖ ਸਬਜੈਕਟ ਵਾਈਜ਼ ਬਣਾ ਕੇ ਦੇ ਦਿੱਤੇ ਜਾਣਗੇ। ਕਹਿਣ ਦਾ ਭਾਵ ਆ ਕਿ ਨੈਸ਼ਨਲ ਕਰਿਕੂਲਮ ਫਰੇਮਵਰਕ 2023 ਆ ਜਿਹੜਾ, ਇਹ ਫਰੇਮਵਰਕ ਨਹੀਂ, ਇਹੀ ਸਿਲੇਬਸ ਆ, ਇਹੀ ਡਾਇਰੈਕਸ਼ਨ ਆ, ਇਹਨੇ ਨਿਰਧਾਰਿਤ ਸਾਰੀਆਂ ਚੀਜ਼ਾਂ ਕਰਨੀਆਂ ਆਉਣ ਵਾਲੇ ਸਮੇਂ 'ਚ। ਇਹ ਚਿੰਤਾ ਦਾ ਵਿਸ਼ਾ। ਚਿੰਤਾ ਦਾ ਵਿਸ਼ਾ ਕਿਉਂ ਹੈਗਾ ਜੀ? ਕਿਉਂਕਿ ਹਰ ਇੱਕ ਸਰਕਾਰ ਸਮੇਂ-ਸਮੇਂ ਤੇ ਆਪਣੇ ਹਿਸਾਬ ਦੇ ਨਾਲ ਸਿਲੇਬਸ ਦੇ ਵਿੱਚ ਤਬਦੀਲੀਆਂ ਕਰਦੀ ਆਈ ਹੈ ਜੀ। ਜਦੋਂ ਆਪਾਂ ਕਾਂਗਰਸ ਦੇ ਸਮੇਂ ਤੋਂ ਦੇਖ ਲਈਏ ਤਾਂ ਕਾਂਗਰਸ ਨੇ ਵੀ ਜਿਸ ਤਰ੍ਹਾਂ ਦਾ ਸਿਲੇਬਸ ਪੜ੍ਹਾਇਆ ਗਿਆ ਹੈ, ਜਿਸ ਤਰ੍ਹਾਂ ਹੁਣ ਇਸ ਗੱਲ ਨੂੰ ਜਦੋਂ ਅਗਰ ਆਪਾਂ ਬੀਜੇਪੀ ਦੇ ਪੱਖ ਤੋਂ ਲਈਏ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਕਹਿ ਰਹੇ ਹੋ ਕਿ 2002 ਦੇ ਜਿਹੜੇ ਦੰਗੇ ਸੀਗੇ
ਗੁਜਰਾਤ ਵਾਲੇ ਉਹ ਕੱਟ ਦਿੱਤੇ ਗਏ ਨੇ, ਉਹਦੇ ਬਾਰੇ ਕੁਝ ਵੀ ਸਿਲੇਬਸ ਦੇ ਵਿੱਚ ਨਹੀਂ ਹੈਗਾ। ਔਰ ਜਦੋਂ ਇਹ ਗੱਲ ਆਉਂਦੀ ਹੈ, ਜਦੋਂ ਰਾਜੀਵ ਗਾਂਧੀ ਜੀ ਦੀ ਸਟੇਟਮੈਂਟ ਸੀ, ਉਹ ਕਹਿੰਦੇ ਸੀ ਜਦੋਂ ਇੱਕ ਪੇੜ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ, ਔਰ ਉਸ ਤੋਂ ਬਾਅਦ 1984 ਦਾ ਸਿੱਖ ਕਤਲੇਆਮ ਹੋਇਆ। ਸੋ ਹਰ ਇੱਕ ਸਰਕਾਰ ਮਾਈ ਵਰਜ਼ਨ ਐਂਡ ਯੂਰ ਵਰਜ਼ਨ ਆਫ ਹਿਸਟਰੀ ਪਾਉਂਦੀ ਆਈ ਹੈ। ਹੁਣ ਆਪਣੇ ਲਈ ਇਹ ਵਾਲਾ ਵਰਜ਼ਨ ਚਿੰਤਾ ਦਾ ਵਿਸ਼ਾ ਕਿਉਂ ਹੈਗਾ? ਇਹ ਇਸ ਕਰਕੇ ਚਿੰਤਾ ਦਾ ਵਿਸ਼ਾ ਕਿ ਜਿਹੜੀ ਜਿਸ ਪੱਧਰ ਤੇ ਮੈਨੂੰ ਤਾਂ ਇਹਦੇ ਨਾਲੋਂ ਵੀ ਵੱਡਾ ਚਿੰਤਾ ਦਾ ਵਿਸ਼ਾ, ਜਿਵੇਂ ਹੁਣ ਯੂਨੈਸਕੋ ਦਾ ਇਸ ਵੇਲੇ ਜਿਹੜਾ ਪ੍ਰੋਸੈਸ ਚੱਲ ਰਿਹਾ, ਹਿੰਦੁਸਤਾਨ ਦੀ ਜਿਹੜੀ ਭਾਸ਼ਾਵਾਂ ਦੀ ਸਭ ਤੋਂ ਵੱਡੀ ਐਕਸਪਰਟ ਉਹਦੀ ਮੈਂਬਰ ਆ ਪ੍ਰੋਫੈਸਰ ਅਨਵੀਤਾ ਅਭੀ, ਉਹਨੇ ਕਿਹਾ ਵੀ ਇਹ ਖਿੱਤੇ ਦੀਆਂ ਇੰਨੀਆਂ ਭਾਸ਼ਾਵਾਂ ਨੇ, ਅਸੀਂ ਇੱਕ ਭਾਸ਼ਾ ਇੱਕ ਦੇਸ਼ ਜਿਹਦੀਆਂ ਡਾਇਵਰਸਿਟੀਜ਼ ਨੂੰ ਖਤਮ ਕਰ ਦਿਆਂਗੇ, ਇਹਨਾਂ ਨੂੰ ਬਚਾਉਣ ਦੀ ਲੋੜ ਸੀ। ਈਵਨ ਜਿਹੜੇ ਟ੍ਰਾਈਬਲ ਨੇ ਉਹਨਾਂ ਦੀਆਂ ਛੋਟੀਆਂ ਛੋਟੀਆਂ ਭਾਸ਼ਾਵਾਂ, ਕਲਚਰ, ਲੈਂਗੁਏਜ 7000 ਦੇ ਨੇੜੇ ਤੇੜੇ ਆ, ਤੇ ਜਿਹੜੀਆਂ ਇਹ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ, ਡਾਇਵਰਸਿਟੀ ਨੂੰ, ਵੱਖ-ਵੱਖ ਪਹਿਲੂਆਂ ਨੂੰ ਬਚਾਉਣ ਦੀ ਲੋੜ ਸੀਗੀ। ਉਹ ਬਚਾਉਣ ਦੀ ਥਾਂ ਤੇ ਅਸੀਂ ਉਹਨਾਂ ਨੂੰ ਖਤਮ ਜਾਂ ਸਿਲੇਬਸਾਂ ਚੋਂ, ਪਾਠਕ੍ਰਮ ਚੋਂ, ਸਾਰੇ ਚੋਂ ਬਾਹਰ ਕੱਢਤਾ। ਜਿਵੇਂ ਇਹਨਾਂ ਨੇ ਹੁਣ ਮੰਨ ਲਓ ਮਹਾਤਮਾ ਗਾਂਧੀ ਦੇ ਬਾਰੇ ਚ ਕੱਢਤਾ ਬਾਹਰ, ਹਾਲਾਂਕਿ ਉਹ ਬਹੁਤ ਜ਼ਿਆਦਾ ਪਹਿਲਾਂ ਇਸ ਗੱਲ ਦੇ ਕਿ ਬੱਚੇ ਦਾ ਜਿਹੜਾ ਇੰਡੀਅਨ ਐਜੂਕੇਸ਼ਨ ਸਿਸਟਮ ਚ 7ਵੀਂ ਤੱਕ ਦਾ ਬੱਚਾ ਕਿਵੇਂ, ਕਹਿਣ ਦਾ ਭਾਵ ਆ ਕਿ ਜਿਹੜੀਆਂ ਹਿਸਟੋਰੀਕਲ ਤਬਦੀਲੀਆਂ ਆਈਆਂ, ਜਿਵੇਂ ਇੰਡਸਟਰੀਅਲ ਰੈਵੋਲੂਸ਼ਨ ਆਈ, ਟਰਾਂਸਫਰ ਹੋਈ, ਜਾਂ ਸਾਡੀਆਂ ਜਿਹੜੇ ਵੱਖ-ਵੱਖ ਪੱਧਰ ਤੇ ਇਤਿਹਾਸ ਦੇ ਪੱਖ ਨੇ, ਉਹ ਲਾਜ਼ਮੀ ਤੌਰ ਤੇ ਸਾਨੂੰ ਜਿਹੜੇ ਸਕੂਲ ਦੇ ਪੱਧਰ ਤੇ ਆ ਉਹ ਇੰਨਾ ਬ੍ਰੌਡਰ ਪੱਖ, ਪਰ ਜੇ ਅਸੀਂ ਸਿਲੈਕਟਡ ਕਰ ਲਾਂਗੇ, ਜਿਵੇਂ ਹੁਣ ਇਹਨਾਂ ਨੇ ਆਪਣੇ ਢੰਗ ਨਾਲ, ਜਦੋਂ 1986 ਦੀ ਪਾਲਿਸੀ ਬਣੀ ਉਦੋਂ ਰਾਜੀਵ ਗਾਂਧੀ ਦੀ ਸਰਕਾਰ ਸੀ, ਉਦੋਂ ਵੀ ਇੱਕ ਬਹਿਸ ਚੱਲਦੀ ਰਹੀ ਆ ਕਿ ਉਸ ਵੇਲੇ ਹੀ ਥੋੜਾ ਓਪਨ ਪ੍ਰਾਈਵੇਟ ਵੱਲ ਨੂੰ ਸਿਲਸਿਲਾ ਸ਼ੁਰੂ ਕੀਤਾ। ਦੂਸਰਾ ਕਿਉਂਕਿ ਉਹ ਤੋਂ ਪਹਿਲਾਂ ਦੇਸ਼ ਵੱਖ-ਵੱਖ ਲੈਵਲ ਤੇ ਸੱਭਿਆਚਾਰਾਂ ਚ, ਭਾਸ਼ਾਵਾਂ ਚ, ਕਲਚਰਾਂ ਚ, ਖਿੱਤਿਆਂ ਚ ਲੜ ਰਿਹਾ ਸੀ, ਇਸ ਕਰਕੇ ਉਹਦਾ ਏਮਸ ਹੀ ਐਜੂਕੇਸ਼ਨ ਦਾ ਇਸ ਕਿਸਮ ਦਾ ਤਬਦੀਲ ਕਰਤਾ ਕਿ ਨੈਸ਼ਨਲ ਕਰੈਕਟਰ ਹੀ ਬਿਲਡ ਕੀਤਾ ਜਾਵੇ। ਉਹਦੇ ਚ ਵੀ ਫਾਲਟ ਲਾਈਨ ਪਈ ਸੀ, ਇਹਨਾਂ ਨੇ ਪੱਕੀ ਫਾਲਟ ਲਾਈਨ ਕ੍ਰੀਏਟ ਕਰਤੀ। ਇਹਨਾਂ ਨੇ ਬਹੁਤਾ ਡਿਸਕੋਰਸ, ਜੇ ਤੁਸੀਂ ਦੇਖੋ ਇਹ ਸਾਰੇ ਪਾਠਕ੍ਰਮ ਨੂੰ ਆਉਣ ਵਾਲੇ ਨੂੰ, ਉਹਦੇ ਚ ਸਾਰੀਆਂ ਜੇ ਸਾਈਡ ਤੇ ਸਪੋਰਟ ਮਟੀਰੀਅਲ ਵੀ ਪਾਇਆ, ਉਹ ਹਿੰਦੂ ਤਬ ਵਾਲੀਆਂ ਜਾਂ ਹਿੰਦੂ ਰਿਲੀਜਨ ਵਾਲੀਆਂ ਟ੍ਰੈਡੀਸ਼ਨਲ ਜਿਹੜੀਆਂ ਚੀਜ਼ਾਂ ਉਹਦੀਆਂ ਦੇ ਪਹਿਲੋਂ ਹੀ ਪਾਏ ਆ। ਜਦੋਂ 2005 ਵਾਲਾ ਸੀ, ਉਦੋਂ ਪਹਿਲਾਂ ਚ ਜਿਹਦੇ ਚ ਬੱਚਿਆਂ ਦੇ ਬਰਡਨ ਨੂੰ ਘਟਾਉਣ ਲਈ ਸੀ, ਆਰ ਕੇ ਲਕਸ਼ਮਣ ਦਾ ਇੱਕ ਉਹਦੇ ਚ ਛੋਟਾ ਜਿਹਾ ਕਾਰਟੂਨ ਪਾਇਆ ਹੋਇਆ। ਉਸ ਕਾਰਟੂਨ ਚ ਇਹ ਦਰਸਾਇਆ ਗਿਆ ਹੈ ਇੱਕ ਬੱਚਾ ਬਹੁਤ ਸਮਾਨ ਨੂੰ ਲਈ ਆ ਰਿਹਾ, ਆਪਦੇ ਮੋਢੇ ਦੀ ਥਾਂ ਤੇ ਨਾ ਉਹ ਮੂਹਰੇ ਇੱਕ ਰੇੜੀ ਤੇ ਲੈ ਆ ਰਿਹਾ, ਉਹ ਥੱਲੇ ਲਿਖਦਾ, ਕਹਿੰਦਾ ਲੱਕੀਲੀ ਇਹ ਰੇੜੀ ਉਹਦੇ ਫਾਦਰ ਨੂੰ 에ਅਰਪੋਰਟ ਤੋਂ ਮਿਲ ਗਈ ਸੀ ਤਾਂ ਉਹਦਾ ਬੋਝ ਘਟ ਗਿਆ, ਬੱਚਾ ਇਧਰਲੇ ਪਾਸੇ ਲੈ ਕੇ ਆ ਰਿਹਾ। ਉਹ ਇੱਕ ਕਮੈਂਟ ਸੀ ਵੀ ਬੱਚਾ ਇਹ ਚੱਕ ਨਹੀਂ ਸਕਦਾ, ਉਹਨੂੰ ਰੇੜੀ ਦੀ ਲੋੜ ਆ। ਐਜੂਕੇਸ਼ਨ ਦੇ ਵਿੱਚ ਅਸੀਂ ਇਸ ਕਿਸਮ ਦੀਆਂ ਚੀਜ਼ਾਂ ਕਰ ਰਹੀ, ਜਿਹੜੀ ਬੋਝ ਆ ਗਿਆ ਉਹਨੂੰ ਘਟਾਉਣਾ ਸੀ, ਨਾ ਕਿ ਅਸੀਂ ਕਿਸੇ ਲੈਵਲ ਦਾ ਉਹਦੀ ਨੌਲੇਜ ਨੂੰ ਰੋਕਣਾ। ਸਕੂਲ ਦਾ, ਸੰਸਥਾ ਦਾ ਜੋ ਵੀ ਪਾਵਰ ਚ ਹੋਵੇ, ਉਹਨਾਂ ਨੂੰ ਇਹਦੀਆਂ ਟੋਟਲ ਟ੍ਰੈਡੀਸ਼ਨ ਤੇ ਹੋਰ ਚੀਜ਼ਾਂ ਬਿਲਡ ਕਰਨੀਆਂ ਪੈਂਦੀਆਂ। ਮੈਂ ਤੁਹਾਨੂੰ ਇੱਕ ਰੈਫਰੈਂਸ ਦੇਣਾ ਚਾਹੁੰਦਾ, ਜਦੋਂ ਕਠਾਰੀ ਕਮਿਸ਼ਨ ਬਣਿਆ, ਉਹਨੇ ਹਿੰਦੁਸਤਾਨ ਦੇ ਵਿੱਚ ਕਿੰਨੀਆਂ ਭਾਸ਼ਾਵਾਂ, ਕਲਚਰ, ਲੈਂਗੁਏਜ, ਹਿਸਟਰੀ ਇਹਦੀ ਕਿਵੇਂ ਵਿਕਸਿਤ ਹੋਵੇ, 35 ਮੁਲਕਾਂ ਦਾ ਨਾਲ ਐਨਾਲਿਸਿਸ ਪਾਇਆ ਹੋਇਆ, ਜੀ ਚ ਰੂਸ ਆ, ਚੀਨ ਆ, ਅਫਗਾਨਿਸਤਾਨ ਆ, ਅਮਰੀਕਾ, ਟੋਟਲ ਵੀ ਉੱਥੇ ਪੜ੍ਹਾਈ ਸਕੂਲਾਂ ਦੇ ਵਿੱਚ ਕਿਵੇਂ ਕੀਤੀ ਜਾਂਦੀ ਹੈ। ਉਹਦੇ ਚ ਉਹਨਾਂ ਨੇ ਡਿਵੈਲਪ ਕੀਤਾ ਕਿ ਸਾਡਾ ਮਲਟੀ ਲਿੰਗੁਅਲ, ਮਲਟੀ ਨੌਲੇਜ ਵਾਲਾ ਹਿੱਸਾ, ਸਾਨੂੰ ਤਾਂ ਇਹ ਚੀਜ਼ਾਂ ਬਹੁਤੀਆਂ ਪਾਉਣੀਆਂ ਚਾਹੀਦੀਆਂ ਸੀ। ਉਹ ਕੱਢ ਕੇ ਅਸੀਂ ਇੱਕ ਸਿਲੈਕਟਡ ਲੈਵਲ ਤੇ ਜਦੋਂ ਕਰ ਲੈਂਦੇ ਆ, ਉਹਦੇ ਚੋਂ ਅਸੀਂ ਨੌਲੇਜ ਕੱਢ ਰਹੇ ਹਾਂ। ਜੇ ਨੌਲੇਜ ਦਾ ਗਿਆਨ, ਜੇ ਸੰਸਥਾਵਾਂ ਨੇ ਇਨਲਾਈਟਨਮੈਂਟ ਬੱਚਾ ਤੇ ਉਸ ਕਿਸਮ ਦਾ ਇੱਕ ਕ੍ਰੀਏਟਿਵ ਬੱਚਾ ਨਹੀਂ ਵਿਕਸਿਤ ਕਰਨਾ, ਉਹਨੂੰ ਵਾਇਸਡ ਬੱਚਾ ਪੈਦਾ ਕਰਨਾ, ਤਾਂ ਇਹ ਬਹੁਤ ਭਿਆਨਕ ਸੰਕਟ ਆ, ਜਿਹੜਾ 2020 ਦੀ ਐਜੂਕੇਸ਼ਨ ਪਾਲਿਸੀ ਚ ਵੀ ਰਿਫਲੈਕਟ ਹੁੰਦਾ ਤੇ ਨੈਸ਼ਨਲ ਕਰਿਕੂਲਮ ਫਰੇਮਵਰਕ 2023 ਚ ਵੀ ਰਿਫਲੈਕਟ ਹੁੰਦਾ। ਕਿ ਇਹ ਜ਼ਰੂਰੀ ਹੈ ਕਿ ਅਗਰ ਸਰਕਾਰ ਨੇ ਪਾਸ ਕਰ ਦਿੱਤਾ ਹੈ ਫਰੇਮਵਰਕ, ਤਾਂ ਉਹ ਹਰ ਇੱਕ ਸੂਬੇ ਨੂੰ ਲਾਗੂ ਕਰਨਾ ਹੀ ਪਏਗਾ? ਕਿ ਸੂਬਿਆਂ ਕੋਲ ਚੁਆਇਸ ਹੈਗੀ ਹੈ ਕਿ ਉਹ ਕਹਿਣ ਨਹੀਂ ਜੀ ਅਸੀਂ ਤੁਹਾਡਾ ਫਰੇਮਵਰਕ ਲਾਗੂ ਨਹੀਂ ਕਰਦੇ, ਕਿਉਂਕਿ ਐਜੂਕੇਸ਼ਨ ਜਿਹੜੀ ਹੈ ਉਹ ਕਨਕਰੈਂਟ ਲਿਸਟ ਹੈ? ਦੇਖੋ, ਸੂਬਿਆਂ ਨੂੰ ਰਾਈਟ ਆ, ਜਿਵੇਂ ਕੀਤਾ ਵਾ। ਦੋ ਇਸ਼ੂਜ਼ ਆਏ ਸੀ ਜਦੋਂ 1986 ਦੀ ਪਾਲਿਸੀ ਦੇ ਵਿੱਚ ਇੱਕ ਸਕੂਲ ਨਵੋਦਿਆ ਵਿਦਿਆਲਿਆ ਬਣਾਏ ਗਏ। ਉਹ ਸੀਗਾ ਵੀ ਕੁਝ ਬੱਚਿਆਂ ਨੂੰ ਕੱਢ ਕੇ ਇੰਟੈਲੀਜੈਂਟ ਨੂੰ ਉਧਰ ਰੱਖ ਲਾਂਗੇ, ਤੇ 3 ਸਟੇਟਾਂ ਨੇ ਉਸ ਵੇਲੇ ਵੀ ਉਹਨੂੰ ਰਿਜੈਕਟ ਕਰਤਾ ਸੀ, ਤਾਮਿਲਨਾਡੂ, ਕਰਨਾਟਕਾ ਤੇ ਈਵਨ ਕੇਰਲਾ ਨੇ।
ਉਹ ਕਹਿੰਦੇ ਸੀ ਸਾਡਾ ਆਲਰੇਡੀ ਸਕੂਲ ਸਿਸਟਮ ਅਸੀਂ ਦੇਖਣਾ ਵੀ ਕੋਈ ਵੱਖਰੇ ਸਕੂਲ ਚਲਾਉਣੇ ਆ ਜਾਂ ਨਹੀਂ ਚਲਾਉਣੇ। ਹੁਣ ਵੀ ਜਿਹੜਾ ਜਦੋਂ ਪਾਠਕ੍ਰਮ ਕੱਟਿਆ ਗਿਆ ਸੀ, ਕੇਰਲਾ ਨੇ ਹੀ ਇਹਦਾ ਵਿਰੋਧ ਕੀਤਾ ਸੀ, ਪੱਛਮੀ ਬੰਗਾਲ ਨੇ ਕਿਹਾ ਸੀ ਅਸੀਂ ਪੂਰਾ ਪੜ੍ਹਾਵਾਂਗੇ। ਹੁਣ ਜਦੋਂ 30% ਕੱਟਿਆ ਗਿਆ, ਉਹਨਾਂ ਨੇ ਸਟੇਟ ਜਿਹੜੇ ਐਜੂਕੇਸ਼ਨ ਬੋਰਡ ਆ ਉਹਦੇ ਵਿੱਚ ਇਹ ਦੇਤਾ ਸੀ, ਸਟੇਟ ਐਜੂਕੇਸ਼ਨ ਬੋਰਡ ਦੇ ਵਿੱਚ, ਕਿ ਸਟੇਟ ਐਜੂਕੇਸ਼ਨ ਬੋਰਡ ਨੂੰ ਕਹਿਤਾ ਕਿ ਤੁਸੀਂ ਇਹ ਸਾਰੇ ਦਾ ਸਾਰਾ ਜਿਹੜਾ ਕੱਟਿਆ ਉਹ ਵੀ ਸਕੂਲਾਂ 'ਚ ਐਡੀਸ਼ਨਲ ਦਿਓ। 600 CBSE ਦੇ ਸਕੂਲ ਆ ਕੇਰਲਾ ਦੇ ਵਿੱਚ, ਉਹਨਾਂ ਨੇ ਕਿਹਾ ਵੀ ਜਦ ਤੱਕ ਇਹ ਚੱਲਦਾ ਤੇ ਸਾਰਾ 30% ਜਿਹੜਾ ਕੱਟਿਆ ਉਹ ਵੀ ਸਕੂਲਾਂ 'ਚ ਪੜ੍ਹਾਇਆ ਜਾਵੇ। ਸਟੇਟ ਕੋਲੇ ਰਾਈਟ ਆ, ਉਹਨੂੰ ਵੱਧ ਰਾਈਟ ਇਸ ਕਿਸਮ ਨਾਲ ਆਪਣੇ ਸਕੂਲ ਬੋਰਡ ਆ ਜਿਹੜੇ ਉਹਨਾਂ ਨੂੰ ਸਟਰੈਂਥਨ ਕਰਕੇ ਆਪਣਾ ਸਿਲੇਬਸ ਡਿਵੈਲਪ ਕਰ ਸਕਦੇ ਆ। ਜਦੋਂ 2000 ਵੇਲੇ ਰੌਲਾ ਪਿਆ, ਇੱਧਰ ਪ੍ਰੋਫੈਸਰ JS ਗਰੇਵਾਲ ਦੀ ਅਗਵਾਈ 'ਚ ਪੰਜਾਬ 'ਚ ਇੱਕ ਕਮੇਟੀ ਬਣ ਗਈ ਸੀ ਵੀ ਜਿਹੜੇ ਪੱਕ ਕੱਟੇ ਜਾ ਰਹੇ ਬਣਾਏ ਜਾਣ। ਇਹ ਕਰ ਸਕਦੀ ਹੈ ਸਟੇਟ ਗਵਰਨਮੈਂਟ ਕਿ ਆਪਣੀ ਜਿਹੜੇ ਸਿਲੇਬਸ ਨੇ, ਆਪਣਾ ਪਾਠਕ੍ਰਮ ਆ, ਉਹਨੂੰ ਇਹਨਾਂ ਪੱਖਾਂ ਤੇ ਉਹ ਰਾਈਟ ਮਿਲਦਾ ਵਾ। ਜੇ ਹੁਣ ਉਹਨਾਂ ਨੇ ਰਾਈਟ ਨਹੀਂ ਦਿੱਤਾ, ਨਾ ਉਹਨਾਂ ਨੂੰ ਪੁੱਛਿਆ, ਨਾ ਕਿਸੇ ਨਾਲ ਲਾਗੂ ਕਰਨਾ ਸ਼ੁਰੂ ਕਰਤਾ, ਜੇ ਸਟੇਟਾਂ ਹੀ ਨਹੀਂ ਬੋਲਦੀਆਂ, ਰਾਜ ਹੀ ਨਹੀਂ ਬੋਲਦਾ, ਆਪਣੇ ਐਜੂਕੇਸ਼ਨਿਸਟਾਂ ਨੂੰ ਲੈ ਕੇ ਕੋਈ ਕਮੇਟੀਆਂ ਫਾਰਮ ਕਰਕੇ ਇਹਦੇ ਤੇ ਕੋਈ ਚੱਲਦਾ ਨਹੀਂ ਸਿਲਸਿਲਾ, ਤਾਂ ਅਸੀਂ ਇੱਕ ਨੌਲੇਜ ਦਾ ਬਹੁਤ ਵੱਡਾ ਹਿੱਸਾ ਵੀ ਰੋਕ ਰਹੇ ਹਾਂ। ਅਸੀਂ ਭਾਸ਼ਾਵਾਂ, ਕਲਚਰ, ਟ੍ਰੈਡੀਸ਼ਨਾਂ ਨੂੰ ਵੀ ਬਾਹਰ ਕੱਢ ਰਹੇ ਹਾਂ। ਕੀ ਪੰਜਾਬ ਦੀ ਸਰਕਾਰ, ਭਗਵੰਤ ਮਾਨ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਕਰਮ ਦਿੱਤਾ, ਕੋਈ ਰਿਸਪੌਂਸ ਦਿੱਤਾ ਕਿ ਹਾਂ ਇਹ ਬਹੁਤ ਵਧੀਆ ਕੀਤਾ ਜਾਂ ਇਹ ਬਹੁਤ ਵਧੀਆ ਨਹੀਂ ਕੀਤਾ, ਜਾਂ ਅਸੀਂ ਲਾਗੂ ਕਰੇਗਾ ਪੰਜਾਬ ਇਸ NCF ਨੂੰ ਜਾਂ ਨਹੀਂ ਲਾਗੂ ਕਰੇਗਾ? ਦੇਖੋ, ਇਹਨਾਂ ਨੂੰ ਕਰਨਾ ਚਾਹੀਦਾ। ਇਹਨਾਂ ਨੇ ਹਜੇ ਤੱਕ ਰਿਸਪੌਂਸ, ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿੱਥੇ ਉਹਨਾਂ ਦੀਆਂ ਸਰਕਾਰਾਂ ਸੀ 2020 ਉਹਨਾਂ ਨੇ ਲਾਗੂ ਕਰਤਾ, ਉਸੇ ਤਰ੍ਹਾਂ 2023 ਦੇ ਹਿਸਾਬ ਨਾਲ ਲਾਗੂ ਕਰ ਦੇਣਗੇ। ਸਾਡੀ ਸਟੇਟ ਗਵਰਨਮੈਂਟ ਨੂੰ, ਜਿਵੇਂ ਕੇਰਲਾ ਵਾਲਿਆਂ ਨੇ ਡਿਸਕਸ਼ਨਾਂ ਕੀਤੀਆਂ ਆਪਦੀਆਂ, ਉਹਨਾਂ ਨੇ ਤਾਮਿਲ ਵਾਲਿਆਂ ਨੇ ਉਸ ਗੱਲ ਦਾ ਵਿਰੋਧ ਕੀਤਾ। ਇਸ ਕਰਕੇ ਸਾਡੀ ਸਟੇਟ ਗਵਰਨਮੈਂਟ ਨੇ ਇਹਦੇ ਤੇ ਹਲੇ ਕੋਈ ਰਿਐਕਟ ਨਹੀਂ ਕੀਤਾ, ਕਿਉਂਕਿ ਬਹੁਤ ਵੱਡਾ ਇਸ਼ੂ ਆ ਇਹ। ਹੌਲੀ ਹੌਲੀ ਸਾਡੇ ਜਿਹੜੀਆਂ ਇੱਕ ਬਹੁਤ ਵੱਡੇ ਖਿੱਤੇ ਦੀਆਂ ਜਾਂ ਵੱਖ-ਵੱਖ ਦੇਸ਼ ਦੀਆਂ ਜਿਹੜੀਆਂ ਨੌਲੇਜ ਦੀਆਂ, ਜੇ ਮੰਨ ਲਓ ਪੰਜਾਬ ਦੇ ਲੋਕਾਂ ਨੇ ਕੇਰਲਾ ਬਾਰੇ ਸਿੱਖਣਾ, ਬੰਗਾਲ ਵਾਲੇ ਸਿੱਖਣਾ, ਹੋਰ ਬਹੁਤ ਜ਼ਿਆਦਾ ਟ੍ਰਾਈਬਲਸ ਬਾਰੇ ਸਿੱਖਣਾ, ਤਾਂ ਉਹ ਐਜੂਕੇਸ਼ਨ ਦਾ ਪਾਰਟ ਹੋਣਾ ਹੀ ਚਾਹੀਦਾ। ਉਹ ਸਾਰੇ ਦੇ ਸਾਰੇ ਹਿਸਟਰੀ ਦੇ ਪਾਰਟ ਇੱਕ ਦੂਜੇ ਨੂੰ ਕਲੱਬ ਕਰਕੇ ਸਿੱਖਣੇ ਹੀ ਚਾਹੀਦੇ ਆ। ਇਹ ਤਾਂ ਸਟੇਟਾਂ ਨੂੰ ਚਾਹੀਦਾ ਕਿ ਉਹ ਆਪਣੇ ਤੌਰ ਤੇ ਪੈਰਲਲ ਡਿਸਕਸ਼ਨਾਂ, ਡਾਇਲੋਗ ਖੜੇ ਕਰਕੇ, ਜਿਵੇਂ ਪਹਿਲੀਆਂ ਡਿਸਕਸ਼ਨਾਂ ਚੱਲਦੀਆਂ ਸੀ ਉਸੇ ਪੱਧਰ ਤੇ ਇਹਨਾਂ ਨੂੰ ਫੋਰ ਫਰੰਟ ਤੇ ਆਉਣ ਦੀ ਲੋੜ ਆ। ਮਤਲਬ ਜਿੱਥੇ-ਜਿੱਥੇ BJP ਦੀਆਂ ਸਰਕਾਰਾਂ ਨੇ ਉੱਥੇ ਤਾਂ ਇਹ ਲਾਗੂ ਹੋ ਚੁੱਕਿਆ ਹੈ, ਔਰ ਉੱਥੇ ਜਿਹੜੇ ਵਿਦਿਆਰਥੀ ਆ ਉਹ ਸਮਾਜਿਕ ਮੂਵਮੈਂਟਸ ਕੀ ਹੁੰਦੀਆਂ ਨੇ, ਡੈਮੋਕ੍ਰੇਸੀ ਤੇ ਵਿਭਿੰਨਤਾ ਕੀ ਹੈਗੀ ਆ, ਦਲਿਤ ਮੂਵਮੈਂਟ ਕੀ ਸੀ, ਕਿਸਾਨ ਮੂਵਮੈਂਟ ਕੀ ਸੀ, ਖੇਤੀਬਾੜੀ ਦਾ ਕੀ ਪ੍ਰਭਾਵ ਹੈ, ਕੋਲਡ ਵਾਰ ਕੀ ਸੀ, ਇਹ ਸਾਰੀਆਂ ਚੀਜ਼ਾਂ ਉਹ ਹੁਣ ਨਹੀਂ ਪੜ ਰਹੇ ਹੈਗੇ, ਉਹਨਾਂ ਦੇ ਸਿਲੇਬਸ ਚੋਂ ਕੱਟ ਦਿੱਤੀਆਂ ਗਈਆਂ। ਸੋ ਐਜੂਕੇਸ਼ਨ ਐਂਡ ਪੋਲਿਟਿਕਸ ਦੋਨੋਂ ਇਕੱਠੀਆਂ ਹੀ ਨੇ। ਪੋਲਿਟਿਕਸ ਹਾਵੀ ਐਜੂਕੇਸ਼ਨ ਤੇ ਸਰ। ਮੈਂ ਇੱਕ ਚੀਜ਼ ਹੋਰ ਹੀ ਇਹਦੇ ਨਾਲ ਤੁਹਾਡੇ ਵੱਲ ਲੈ ਕੇ ਆਉਣਾ ਚਾਹੁੰਦੀ ਹਾਂ ਜੀ। ਰੀਸੈਂਟਲੀ ਆਈ ਰੈਡ ਕਿ 2000 ਸਾਡੇ ਇੰਟੈਲੈਕਚੁਅਲ, ਸਾਡੇ ਵਿਦਵਾਨਾਂ ਨੇ ਇੱਕ ਲੈਟਰ ਲਿਖਿਆ ਇਕੱਠੇ ਹੋ ਕੇ ਇਸ ਫਰੇਮਵਰਕ ਦੇ ਖਿਲਾਫ, ਇਹਨਾਂ ਕਟੌਤੀਆਂ ਦੇ ਖਿਲਾਫ। ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਸਰ? ਕਿ ਕੋਈ ਪੰਜਾਬ ਚੋਂ ਵੀ ਹੈ ਉਹਦੇ ਵਿੱਚ? ਦੇਖੋ, ਪੰਜਾਬ ਚੋਂ ਕੁਝ ਨੇ ਸਿਗਨੇਚਰ ਕੀਤੇ, ਪਰ ਨੈਸ਼ਨਲ ਲੈਵਲ ਤੇ ਚੱਲਿਆ ਜਿਹੜਾ ਮਤਲਬ ਡਾਰਵਨ ਦੀ ਥਿਊਰੀ ਆਫ ਐਵੋਲੂਸ਼ਨ ਦਾ ਮਸਲਾ। ਕਿਉਂਕਿ ਸਾਇੰਸ ਦੇ ਪੱਧਰ ਤੇ JD ਬਰਨਾਲ ਬਹੁਤ ਥਾਵਾਂ ਤੇ ਪੜ੍ਹਾਇਆ ਜਾਂਦਾ, ਵੱਡੀਆਂ ਵੱਡੀਆਂ ਸੰਸਥਾਵਾਂ 'ਚ, ਜਿਹਨੇ 4 ਵੋਲੀਅਮ 'ਚ ਸਾਇੰਸ ਤੇ ਕੰਮ ਕੀਤਾ। ਸਾਇੰਸ, ਸਾਇੰਟੀਫਿਕ ਟੈਂਪਰਾਮੈਂਟ ਜਿੰਨਾ ਡਿਵੈਲਪ ਕੀਤਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ, ਪ੍ਰੋਫੈਸਰ ਜਸ਼ਪਾਲ ਦਾ ਜਦੋਂ ਸਾਇੰਸ ਦਾ ਐਕਸਪੈਰੀਮੈਂਟ ਦੇਖਣ ਵਾਸਤੇ ਨਹਿਰੂ ਹੋਣੀ ਗਏ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਆ ਜਿੰਨੀ ਵਿਗਿਆਨ ਦੀ ਇਸ ਵੇਲੇ। ਕਿਉਂਕਿ ਵਿਗਿਆਨਕ ਸੋਚ ਹੁਣ ਅਸੀਂ ਚਾਹੁੰਦੇ ਤਾਂ ਇਹਦੇ 'ਚ ਜਿੰਨੀ ਸਿਲੇਬਸ 'ਚ, ਜਿੰਨੀ ਕਰੀਕੁਲਮ 'ਚ ਵਰਲਡ ਲੈਵਲ ਦੀ ਚੀਜ਼ ਤਾਂ ਲਿਖੀ ਗਈ ਆ, ਪਰ ਨਾਲ ਦੀ ਨਾਲ ਉਹਦੇ 'ਚ ਇਹ ਨਹੀਂਗਾ ਕਿ ਅਸੀਂ ਸਾਇੰਟੀਫਿਕ ਜਿਹੜੀਆਂ ਨਵੀਆਂ ਕ੍ਰੀਏਸ਼ਨਸ, ਫੰਡਾਮੈਂਟਲ ਚੀਜ਼ਾਂ ਐਜੂਕੇਸ਼ਨ, ਕਿਉਂਕਿ ਥਿਊਰੀ ਆਫ ਐਵੋਲੂਸ਼ਨ ਸਾਇੰਟੀਫਿਕ ਜਿਹੜੀ ਆਊਟਲੁੱਕ, ਟੈਂਪਰਾਮੈਂਟ, ਲੌਜਿਕ ਉਹ ਡਿਵੈਲਪ ਕਰਦੀ। ਅੱਜ ਦੀ ਦੁਨੀਆ ਸਾਇੰਸ ਦੇ ਰੀਜਨ ਦੀ ਦੁਨੀਆ, ਲੌਜਿਕ ਦੀ ਦੁਨੀਆ। ਇਹ ਜਿਹੜੇ 200 ਸਾਇੰਟਿਸਟ ਆ, ਇਹ 'ਚ ਬਹੁਤ ਸਾਇੰਟਿਸਟ ਸਿੱਧੇ ਜਾਂ ਸਿੱਧੇ ਰੂਪ 'ਚ ਪੰਜਾਬ ਦੇ ਵੀ ਜਿਹੜੇ ਬੋਲਦੇ ਨੇ, ਕਰਦੇ ਨੇ, ਦੇ ਆਰ ਸਪੋਰਟਿੰਗ these scientists ਕਿ ਇਹ ਸ਼ਾਮਲ ਹੀ ਹੋਣੀ ਚਾਹੀਦੀ ਆ। ਪਹਿਲਾ ਜੁਲਾਈ 2020 'ਚ ਇੱਕ ਆਰਟੀਕਲ ਜਦੋਂ ਪਾਠਕ੍ਰਮ ਕੱਟਿਆ ਗਿਆ, ਉਦੋਂ ਮੈਂ ਪੰਜਾਬੀ ਟੂਨ 'ਚ ਲਿਖਿਆ ਸੀ ਮਜ਼ਮੂਨ ਪ੍ਰੋਫੈਸਰ ਜਸ਼ਪਾਲ ਵਾਲਾ ਪਾਠਕ੍ਰਮ ਅਤੇ ਸਿਲੇਬਸ ਕਟੌਤੀ। ਉਦੋਂ ਉਸ ਵੇਲੇ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਉਹਨਾਂ ਨੇ ਕਿਹਾ ਸੀਗਾ, ਉਹ 'ਚ ਮੈਂ ਲਾਈਨ ਵੀ ਦਰਜ ਕੀਤੀ ਸੀ, ਉਹ ਕਹਿੰਦੇ ਸੀਗੇ ਕਿ ਅਸੀਂ
ਮਸਾਂ ਸਹੀ ਲਾਈਨ ਤੇ 2005 ਰਾਹੀਂ ਆਏ ਸੀ। ਅਸੀਂ ਫੇਰ ਇੱਕ ਕਾਲੇ ਦੌਰ ਵੱਲ ਜਾ ਰਹੇ ਹਾਂ। ਮਸਾਂ ਕਿਸੇ ਚੀਜ਼ ਨੂੰ ਲਾਈਨ ਤੇ ਲਿਆਂਦਾ ਸੀ। 1964 ਚ ਕਠਾਰੀ ਕਮਿਸ਼ਨ ਨੇ ਲਾਈਨ ਤੇ ਲਿਆਂਦਾ ਸੀ। ਫਿਰ 1986 ਤੋਂ ਬਾਅਦ ਉਹਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ। 2000 ਦੇ ਵਿੱਚ ਉਹਨੂੰ ਸਿੱਟਣ ਦੀ ਕੋਸ਼ਿਸ਼ ਕੀਤੀ। ਫਿਰ 2005 ਚ ਅਸੀਂ ਖੜਾ ਕਰ ਲਿਆ। ਹੁਣ 2023 ਦੇ ਵਿੱਚ ਆ ਕੇ ਅਸੀਂ ਬਲੈਕ ਈਅਰ ਐਜੂਕੇਸ਼ਨ ਦੇ ਖੇਤਰ 'ਚ ਨੌਲੇਜ ਨੂੰ ਰੋਕ ਕੇ ਸਟਾਰਟ ਕਰ ਰਹੇ ਹਾਂ। ਇੱਕ ਸਵਾਲ ਮੇਰਾ ਇਹਦੇ ਨਾਲ ਲੈਂਦੇ ਜਾਇਓ ਜੀ, ਸਾਨੂੰ ਤੇ ਸਾਡੀ ਆਡੀਅנס ਨੂੰ ਇੱਕ ਵਾਰੀ ਕੰਪੈਰੀਜ਼ਨ ਸਮਝਾਓ ਕਿ ਜਦੋਂ ਪੰਡਿਤ ਨਹਿਰੂ ਦਾ ਸਮਾਂ ਸੀ ਔਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਾਂ ਹੈ, ਇਹਨਾਂ ਦੋਨਾਂ ਦੇ ਵਿੱਚ ਐਜੂਕੇਸ਼ਨ ਪਾਲਿਸੀ ਜਾਂ ਐਜੂਕੇਸ਼ਨ ਪ੍ਰਤੀ ਰਵੱਈਏ ਦੇ ਵਿੱਚ ਕੀ ਡਿਫਰੈਂਸ ਹੈਗਾ? ਉਹਦਾ ਬਹੁਤ ਵੱਡਾ ਡਿਫਰੈਂਸ ਆ। ਉਸ ਵੇਲੇ ਸਾਰਾ ਦੇਸ਼ ਇੱਕ ਨੈਸ਼ਨਲ ਆਜ਼ਾਦੀ ਦੀ ਮੂਵਮੈਂਟ 'ਚੋਂ ਉੱਭਰ ਰਿਹਾ ਸੀ ਕਿ ਅਸੀਂ ਮੁਲਕ ਖੜਾ ਕਰਨਾ ਸੀ, ਸਾਇੰਟਿਸਟ ਪੈਦਾ ਕਰਨੇ, ਵਿਗਿਆਨੀ। ਕੋਈ ਕਿਸੇ ਤੇ ਰੁਕਾਵਟ ਨਹੀਂ ਸੀ, ਸਾਰਿਆਂ 'ਚ ਇੱਕ ਹੱਲਾਸ਼ੇਰੀ ਸੀ। ਵੱਡੇ ਵੱਡੇ ਡਾਕਟਰ DS ਕੋਠਾਰੀ ਬਾਹਰੋਂ ਛੱਡ ਕੇ ਆਏ ਸੀ, ਜਸਵੰਤ ਸਿੰਘ ਬਾਹਰੋਂ ਛੱਡ ਕੇ ਵੱਡੇ ਵੱਡੇ ਨੌਲੇਜ ਵਾਲੇ ਵਿਅਕਤੀਆਂ ਨੇ ਆ ਕੇ ਸਾਰੀਆਂ ਸੰਸਥਾਵਾਂ 'ਚ ਕਿ ਅਸੀਂ ਬਿਲਡ ਕਰਨਾ। ਉਸੇ ਕਰਕੇ ਕੋਠਾਰੀ ਕਮਿਸ਼ਨ ਨੇ ਵੀ ਜਦੋਂ ਕੀਤਾ, ਦੁਨੀਆ ਦੇ ਸਾਰੇ ਵਿਗਿਆਨੀਆਂ ਨੂੰ ਸ਼ਾਮਲ ਕੀਤਾ ਕਿ ਅਸੀਂ ਸਾਇੰਟਿਫਿਕ ਸੁਸਾਇਟੀ, ਕਿਉਂਕਿ ਸਾਡੀ ਲੀਡਰਸ਼ਿਪਾਂ ਦੀ ਲੋੜ ਸੀ। ਉਦੋਂ ਮੁਲਕ ਇਸ ਕਿਸਮ ਦੇ, ਚਾਹੇ ਸੋਵੀਅਤ ਯੂਨੀਅਨ ਦਾ ਸਾਡੇ ਪ੍ਰਭਾਵ ਸੀ, ਰੀਜ਼ਨ ਦਾ, ਲੌਜਿਕ ਦਾ, ਉਸੋਂ ਨੌਲੇਜ ਲੈ ਰਹੇ ਸੀਗੇ, ਗਿਆਨ ਹਾਸਲ ਕਰ ਰਹੇ ਸੀ। ਉਸ ਜਿਹੜਾ ਹੁਣ ਦਾ ਹਿੱਸਾ ਵਾ, ਹੁਣ ਪਿਓਰਲੀ ਅਸੀਂ ਪੋਲਿਟਿਕਸ ਜਾਂ ਇੱਕ ਸਿਲੈਕਟਡ ਵੇ ਨਾਲ ਹਿੱਸੇ ਨੂੰ ਦੇ ਰਹੇ ਹਾਂ, ਜਿਹਦੇ ਤੁਸੀਂ ਕੋਈ ਵੀ ਤੁਸੀਂ ਪੁਰਾਣੇ ਡਾਕੂਮੈਂਟ, ਨੈਸ਼ਨਲ ਕਰਿਕੂਲਮ ਫਰੇਮਵਰਕ ਪੜ੍ਹ ਲਓ, ਉਹਦੇ 'ਚ ਜਿਹੜੀਆਂ ਪਹਿਲਾ ਆਸਪੈਕਟ ਆ ਕਨਸਟੀਟਿਊਸ਼ਨਲ ਦੇ, ਜਿਹੜੇ ਸਾਡੇ ਮੁੱਖ ਤੌਰ ਤੇ ਕੇਂਦਰੀ ਧੁਰੇ ਆ, ਇਸ ਨਾ ਨੈਸ਼ਨਲ ਐਜੂਕੇਸ਼ਨ ਪਾਲਿਸੀ 'ਚ ਸ਼ਾਮਲ ਕੀਤੇ ਗਏ ਆ, ਨਾ ਨੈਸ਼ਨਲ ਕਰਿਕੂਲਮ ਫਰੇਮਵਰਕ 2023 'ਚ ਸ਼ਾਮਲ ਕੀਤੇ ਗਏ। ਜਦੋਂ ਤੁਸੀਂ ਕਿਸੇ ਮੁਲਕ ਨੂੰ ਸਿਲੈਕਟਡ ਕਰੋਗੇ, ਇਹ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਜਿਸ ਕਿਸਮ ਨਾਲ ਅਸੀਂ ਗਿਆਨ ਦੀ ਇੱਕ ਵੱਡੀ ਪਰੰਪਰਾ ਇਸ ਖਿੱਤੇ 'ਚ ਖੜੀ ਕਰ ਰਹੇ ਸੀ, ਉਹਨੂੰ ਹੌਲੀ ਪਹਿਲਾਂ ਹੀ ਸਾਡੇ ਤੇ ਬੜੀ ਪ੍ਰੋਬਲਮ ਆ ਕਿ ਅਸੀਂ ਟੈਕਨੋਲੋਜੀ ਦੇ ਪੱਧਰ ਤੇ ਕਹਿ ਲਓ ਜਾਂ ਸੈਕੰਡ ਲੈਂਗੁਏਜ ਦੇ ਪੜ੍ਹਾਉਣ ਦੇ ਪੱਧਰ ਤੇ ਕਹਿ ਲਓ, ਪਹਿਲਾਂ ਹੀ ਬੱਚੇ ਦੀਆਂ ਕ੍ਰੀਏਟਿਵਿਟੀ ਆ, ਜਿਹਦਾ ਇੰਟੈਲੈਕਟ ਆ, ਜਿਹਦੀ ਉਹਦੀ ਖੂਬਸੂਰਤੀ ਆ, ਉਹਨੂੰ ਡਿਵੈਲਪ ਕਰਨਾ ਸੀ, ਉਹਦੇ ਰਾਹ 'ਚ ਕਈ ਰੁਕਾਵਟਾਂ ਪਹਿਲਾਂ ਹੀ ਪੈਦਾ ਕੀਤੀਆਂ ਹੋਈਆਂ ਐਜੂਕੇਸ਼ਨ ਸਿਸਟਮ ਨੇ। ਇਹ ਇੱਕ ਨਵੀਂ ਰੁਕਾਵਟ ਦੇ ਤੌਰ ਤੇ ਵਿਕਸਿਤ ਹੋਣੀ ਸ਼ੁਰੂ ਹੋ ਗਈ ਆ, ਜਿਹੜੀ ਆਉਣ ਵਾਲੇ ਕ੍ਰੀਏਟਿਵ, ਬਹੁਤ ਜ਼ਿਆਦਾ ਸੈਂਸਿਟਿਵ, ਬੜੀ ਜਿਨ੍ਹਾਂ ਨੇ ਮਤਲਬ ਹਿਸਟਰੀ ਨੂੰ, ਉਹਦੇ ਡਿਸਕੋਰਸ ਨੂੰ, ਉਹਦੀਆਂ ਭਾਸ਼ਾਵਾਂ ਨੂੰ, ਉਹਦੀਆਂ ਲੈਂਗੁਏਜ ਨੂੰ ਸਿੱਖ ਕੇ ਇੱਕ ਅਮੀਰ ਵਿਅਕਤੀਆਂ ਦੇ ਤੌਰ ਤੇ ਬੱਚਿਆਂ ਨੇ ਵਿਕਸਿਤ ਹੋਣਾ ਸੀ। ਪਹਿਲਾਂ ਹੀ ਅਸੀਂ ਇੱਕ ਤਰਾਸਦਿਕ ਸਿਚੁਏਸ਼ਨ 'ਚ ਆ। ਇਹ ਮੋਦੀ ਦੇ ਦੌਰ 'ਚ ਅਸੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ, ਜਿਹਨੇ ਡਾਇਵਰਸਿਟੀ ਤੇ ਵੱਖ-ਵੱਖ ਖਿੱਤਿਆਂ ਨੂੰ ਦੀਆਂ ਏਡੀਆਂ ਪਰੰਪਰਾਵਾਂ ਨੇ, ਟ੍ਰੈਡੀਸ਼ਨਸ, ਜੇ ਤੁਸੀਂ ਕੋਠਾਰੀ ਕਮਿਸ਼ਨ ਪੜ੍ਹੋ, ਉਹਦੇ 'ਚ ਬਾਬੇ ਨਾਨਕ ਦਾ ਜ਼ਿਕਰ ਆ, ਉਹਦੇ 'ਚ ਬੁੱਧ ਦਾ ਜ਼ਿਕਰ ਆ, ਉਹਦੇ 'ਚ ਮਹਾਵੀਰ ਦਾ ਜ਼ਿਕਰ ਆ, ਉਹਦੇ 'ਚ ਸਾਰੇ ਮਤਲਬ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਸ ਜਿੰਨੀਆਂ ਐਜੂਕੇਸ਼ਨ ਦੀਆਂ, ਉਹ ਸਾਰੀਆਂ ਦਾ ਜ਼ਿਕਰ ਆ। ਇਹਦੇ 'ਚ ਸਿਲੈਕਟਿਵ ਜ਼ਿਕਰ ਆ। ਹਾਲਾਂਕਿ ਭਗਤ ਸਿੰਘ ਹੋਣੀ ਉਦੋਂ ਅਛੂਤ ਦੇ ਸਵਾਲ ਨੂੰ ਡੀਲ ਕਰਦੇ, ਐਜੂਕੇਸ਼ਨ ਦੇ ਸਵਾਲ ਨੂੰ ਡੀਲ ਕਰਦੇ ਸੀਗੇ। ਇਸ ਕਰਕੇ ਇਹ ਦੌਰ ਆ ਜਿਹੜਾ, ਇਹਦੇ 'ਚੋਂ ਜਿਹੜੀ ਡਾਈਸੈਂਟ ਆ, ਜਿਹਨੂੰ ਜਿਹੜੀ ਦੇਸ਼ ਨੂੰ ਚਲਾਉਣਾ ਵੀ ਚਾਹੁੰਦੀ ਆ, ਉਹਨੂੰ ਹੌਲੀ ਹੌਲੀ ਇਹਨਾਂ ਇੰਸਟੀਟਿਊਸ਼ਨਾਂ, ਸਿਲੇਬਸਾਂ ਦੇ ਵਿੱਚੋਂ ਜਦੋਂ ਬਾਹਰ ਕੱਢ ਦਿੱਤਾ ਜਾਂਦਾ, ਤਾਂ ਇੱਕ ਦੌਰ ਆ ਜਿਹੜਾ ਉਹਦੇ ਨਾਲ ਇੰਟਾਇਰਲੀ ਵੱਖਰਾ ਦੌਰ ਇੱਕ ਚੱਲ ਰਿਹਾ। ਮੈਂ ਇੱਥੇ ਇੱਕ ਉਦਾਹਰਨ ਦਿੰਦੀ ਹਾਂ ਜੀ ਕਿ ਜੋ ਇਹਨਾਂ ਨੇ ਸਿਲੇਬਸ ਦੇ ਵਿੱਚੋਂ ਕੱਟਿਆ ਹੈ, ਉਸ ਤੋਂ ਬਾਅਦ ਮੈਂ ਤੁਹਾਡੇ ਅੱਗੇ ਇੱਕ ਸਵਾਲ ਰੱਖਾਂਗੀ। ਮੁਗਲ ਰਾਜ ਦੀਆਂ ਜਿਹੜੀਆਂ ਕੋਰਟ ਸੀਗੀਆਂ, ਕਚਹਿਰੀਆਂ ਕਿਵੇਂ ਚੱਲਦੀਆਂ ਸੀ, ਉਹਨਾਂ ਨੂੰ ਕੱਟ ਦਿੱਤਾ ਗਿਆ ਹੈ, ਜਦਕਿ ਅਸਲੀਅਤ ਇਹ ਹੈ ਕਿ ਅੱਜ ਵੀ ਸਾਡੇ ਪਟਵਾਰਖਾਨਿਆਂ ਦੇ ਵਿੱਚ ਬਹੁਤ ਚੀਜ਼ਾਂ ਨੇ, ਬੜੇ ਡਾਕੂਮੈਂਟ, ਆਲਮੋਸਟ ਸਾਰਾ ਕੁਝ ਉਸੇ ਸਮੇਂ ਤੇ ਆਧਾਰਿਤ ਚੱਲ ਰਿਹਾ ਹੈ। ਅਸੀਂ ਕੋਈ ਨਵਾਂ ਸਿਸਟਮ ਜਿਹੜਾ ਉਹ ਡਿਵੈਲਪ ਨਹੀਂ ਕਰ ਪਾਏ ਹੈਗੇ। ਮੁਗਲ ਕੋਰਟਸ ਨੂੰ ਕੱਟ ਦਿੱਤਾ ਗਿਆ ਹੈ। ਇਹਨੂੰ ਇਸ ਤਰ੍ਹਾਂ ਦੇਖਿਆ ਜਾ ਰਿਹਾ ਦੇਸ਼ ਭਰ ਦੇ ਵਿੱਚ ਕਿ ਇਹ ਮੁਸਲਿਮਸ, ਮਾਈਨੋਰਿਟੀਜ਼ ਦੇ ਖਿਲਾਫ ਜਿਹੜਾ ਇੱਕ ਤਰ੍ਹਾਂ ਦਾ ਆਪਣਾ ਪ੍ਰੋਪਾਗੈਂਡਾ ਜਿਹੜਾ ਉਹ ਫੈਲਾਇਆ ਜਾ ਰਿਹਾ ਹੈ। ਮੈਂ ਇੱਕ ਹੋਰ ਉਦਾਹਰਨ ਦਿੰਦੀ ਹਾਂ ਕਿ ਮੌਲਾਨਾ ਆਜ਼ਾਦ, ਉਹਨਾਂ ਦਾ ਕਨਸਟੀਚੂਐਂਟ ਅਸੈਂਬਲੀ ਦੇ ਵਿੱਚ ਇੱਕ ਉਹਨਾਂ ਦੀ ਮੌਜੂਦਗੀ ਸੀ, ਉਸ ਮੀਟਿੰਗ ਦੇ ਵਿੱਚ ਉਹਨਾਂ ਦਾ ਉੱਥੇ ਸਟੇਟਮੈਂਟ ਸੀ, ਉਹਨੂੰ ਕੱਟ ਦਿੱਤਾ ਗਿਆ। ਪਰ ਜਿਹੜੇ ਉਹਨਾਂ ਦੇ ਨਾਲ ਪੰਡਿਤ ਨਹਿਰੂ ਜੀ, ਵੱਲਭ ਭਾਈ ਪਟੇਲ, ਡਾਕਟਰ BR ਅੰਬੇਦਕਰ, ਉਹਨਾਂ ਦੇ ਨਾਮਾਂ ਨੂੰ ਰੱਖਿਆ ਗਿਆ ਹੈ। ਸਿਰਫ ਮੌਲਾਨਾ ਆਜ਼ਾਦ ਜੀ ਦਾ ਨਾਮ, ਜਿਹੜੇ ਐਡੇ ਵੱਡੇ ਕੱਦ ਦੇ ਲੀਡਰ ਸੀ, ਜਿਨ੍ਹਾਂ ਨੇ ਭਾਰਤ ਨੂੰ ਬਣਾਉਣ 'ਚ ਯੋਗਦਾਨ ਪਾਇਆ, ਉਹਨਾਂ ਦਾ ਨਾਮ ਕੱਟ ਦਿੱਤਾ ਗਿਆ। ਕੀ ਡਾਕਟਰ ਸਾਹਿਬ ਇਹਦੇ ਪਿਛਲੀ ਰਾਜਨੀਤੀ ਹੈ, ਜਾਂ ਜਿਹੜੀ ਇਹ ਪਾਰਟੀ ਹੈ ਅੱਜ ਦੀ ਸੱਤਾਧਾਰੀ ਧਿਰ ਆ, ਕੀ ਇਹ ਆਪਣਾ ਇੱਕ ਤਰ੍ਹਾਂ ਦੇ ਨਾਲ
ਪ੍ਰੋਪਾਗੈਂਡਾ ਚਲਾ ਰਹੀ ਹੈ। ਜਿਸ ਤਰ੍ਹਾਂ ਦਾ ਅਸੀਂ ਜਦੋਂ ਜਰਮਨ ਨੂੰ ਪੜ੍ਹਦੇ ਹਾਂ, ਜਦੋਂ ਅਸੀਂ ਹਿਟਲਰ ਦੇ ਦੌਰ ਨੂੰ ਪੜ੍ਹਦੇ ਹਾਂ, ਉਸ ਸਮੇਂ ਅਸੀਂ ਇੱਕ ਪ੍ਰੋਪਰ ਪ੍ਰੋਪਾਗੈਂਡਾ ਮਸ਼ੀਨਰੀ ਦੇਖਦੇ ਹਾਂ ਕਿ ਕਿਵੇਂ ਕੰਮ ਕਰ ਰਹੀ ਸੀ ਮੀਡੀਆ ਦੇ ਵਿੱਚ, ਐਜੂਕੇਸ਼ਨ ਦੇ ਵਿੱਚ, ਹਰ ਇੱਕ ਜਗ੍ਹਾ ਤੇ। ਕੀ ਇਹਨੂੰ ਉਸ ਲੈਵਲ ਤੱਕ ਆਪਾਂ ਜੋੜ ਕੇ ਦੇਖ ਸਕਦੇ ਹਾਂ ਕਿ ਇਹ ਸਾਡੇ ਆਉਣ ਵਾਲੇ ਭਵਿੱਖ ਨੂੰ ਆਪਣੇ ਪੋਲੀਟੀਕਲ ਮਫਾਦਾਂ ਦੇ ਲਈ ਰੀਸ਼ੇਪ ਕਰ ਰਹੇ ਆ ਇਹ ਪੋਲੀਟੀਕਲ ਪਾਰਟੀ? ਸਰ ਦੇਖੋ, ਜਿਹੜਾ ਨਾ ਤੁਸੀਂ ਪੁਆਇੰਟ ਬੜਾ ਇੰਪੋਰਟੈਂਟ ਖੜਾ ਕੀਤਾ, ਜਿਹੜੀ ਨੈਸ਼ਨਲ ਐਜੂਕੇਸ਼ਨ ਸਿਸਟਮ ਬਿਲਡ ਕਰਨ ਦੇ ਵਿੱਚ ਮੌਲਾਨਾ ਅਬਦੁਲ ਕਲਾਮ ਹੋਣਾ ਦਾ ਕਲਾਮ ਆਜ਼ਾਦ ਹੋਣਾ ਦਾ ਬੜਾ ਯੋਗਦਾਨ ਸੀ। ਉਹ 8 ਭਾਸ਼ਾਵਾਂ ਦੇ ਗਿਆਤਾ ਸੀ, ਬੜੀ ਨੌਲੇਜ ਸੀ ਉਹਨਾਂ ਨੂੰ। ਉਹਨਾਂ ਨੇ ਜਦੋਂ ਸਾਰੇ ਦਾ 15 ਮਾਰਚ 1952 ਨੂੰ ਉਹਨਾਂ ਦੀ ਇੱਕ ਸਟੇਟਮੈਂਟ ਆ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਉਹ ਕਹਿੰਦੇ ਸੀ ਕਿ ਮੈਂ ਯੂਨੀਵਰਸਲ ਐਜੂਕੇਸ਼ਨ ਸਾਰੇ ਬੱਚਿਆਂ ਨੂੰ ਦੇਣਾ ਚਾਹੁੰਦਾ, ਜਿਹੜੀ ਕਨਸਟੀਟਿਊਸ਼ਨ ਆ। ਦੂਸਰਾ ਕਹਿੰਦੇ ਸੀ ਵੀ ਸੋਸ਼ਲ ਜਿਹੜੀ ਆ ਐਜੂਕੇਸ਼ਨ ਇਸ ਪੱਧਰ ਦੀ ਹੋਵੇ ਵੀ ਸਾਰੀਆਂ ਸਾਡੀਆਂ ਇੰਨੀਆਂ ਭਾਸ਼ਾਵਾਂ, ਇੰਨੇ ਕਲਚਰਸ, ਇੰਨੇ ਲੈਂਗੁਏਜ ਆ, ਉਹ ਸ਼ਾਮਲ ਹੋਣ। ਅਗਲਾ ਸੀ ਉਹ ਕਹਿੰਦੇ ਟੈਕਨੀਕਲ ਤੇ ਸਾਇੰਟੀਫਿਕ ਐਜੂਕੇਸ਼ਨ ਆ ਉਹ ਇਸ ਸਕੇਲ ਤੇ ਦਿੱਤੀ ਜਾਵੇ ਜਿਹੜੀ ਸਾਡੀ ਨੇਸ਼ਨ ਦੀਆਂ ਨੀਡਸ ਨੂੰ ਪੂਰਾ ਕਰ ਸਕੇ। ਫਿਰ ਸੀ ਉਹ ਜੇ ਕਹਿੰਦੇ ਕਲਚਰਲ ਲਾਈਫ ਆ ਜਿਹੜੀ ਵੀ ਕਮਿਊਨਿਟੀ ਦਾ, ਉਹਨੂੰ ਇਨਕਰੇਜ ਕਰਨਾ, ਕਿਸੇ ਵੀ ਆਰਟ ਚ, ਕਿਸੇ ਪੇਂਟਿੰਗ ਚ, ਕਾਸੇ ਚ, ਉਹਨੂੰ ਇਹਦੇ ਸਿਲੇਬਸ ਦੇ ਵਿਚਲੇ ਚੀਜ਼ਾਂ ਚ ਸ਼ਾਮਲ ਲੈ ਕੇ ਆਉਣਾ। ਹੁਣ ਇੱਕ ਉਹ ਸੀਗਾ ਜਿਹੜਾ ਉਸ ਦੌਰ ਸੀ। ਹੁਣ ਇੱਕ ਦਾ ਦੌਰ ਆ ਜਦੋਂ ਵੱਖ-ਵੱਖ ਲੈਵਲ ਤੇ ਉਹਨਾਂ ਚੀਜ਼ਾਂ ਨੂੰ ਕੱਢਿਆ ਜਾਂਦਾ, ਸਿਲੈਕਟਿਵ ਵੇ ਨਾਲ ਤੁਸੀਂ ਇੱਕ ਨੌਲੇਜ ਦੀ ਟ੍ਰੈਡੀਸ਼ਨ, ਹਾਲਾਂਕਿ ਚੀਜ਼ ਚੱਲਣੀ ਨਹੀਂ ਬਹੁਤ ਲੰਬਾ ਸਮਾਂ, ਕਿਉਂਕਿ ਗਿਆਨ ਅੱਜ ਗਲੋਬਲ ਲੈਵਲ ਦੁਨੀਆ ਤੇ ਜਿੰਨੀ ਮਰਜ਼ੀ ਚੀਜ਼ ਰੋਕ ਲਈ ਜਾਵੇ, ਉਹਦਾ ਅਲਟਰਨੇਟਿਵ ਲੋਕ ਬਹੁਤ ਨੌਲੇਜ ਦੇ ਸੋਰਸ ਬਹੁਤ ਆ, ਜਾਂ ਤਾਂ ਉਹੀ ਖੋਲ ਹੋ ਜਾਵੇ ਜਾਂ ਸਾਇੰਸ ਦਾ ਹੀ ਕੋਈ ਰਿਵਰਸ ਲੱਗ ਜੇ, ਉਹੀ ਅਸੀਂ ਬਲੈਕ ਈਅਰ ਚ ਲੈ ਕੇ ਚਲੇ ਜਾਈਏ। ਜੇ ਉਸ ਪੱਧਰ ਤੇ ਉਹ ਚੀਜ਼ ਪਈ ਆ ਤਾਂ ਉਹ ਚੀਜ਼ ਬੱਚੇ ਲਰਨ ਕਰ ਲੈਣਗੇ। ਪਰ ਵੱਡਾ ਸਵਾਲ ਇਹ ਆ ਕਿ ਇੰਸਟੀਟਿਊਸ਼ਨਾਂ 'ਚ ਇਹ ਚੀਜ਼ ਕੱਢ ਦੇਣੀ, ਗਿਆਨ ਦੇ ਕੇਂਦਰਾਂ ਚੋਂ ਕੱਢ ਦੇਣੀ, ਯੂਨੀਵਰਸਿਟੀਆਂ ਚੋਂ ਕੱਢ ਦੇਣੀ, ਕਾਲਜਾਂ ਚੋਂ ਕੱਢ ਦੇਣੀ, ਸਕੂਲਾਂ ਚੋਂ ਕੱਢ ਦੇਣੀ। ਉਹ ਇੱਕ ਤੁਹਾਡੀ ਜਿਹੜੀਆਂ ਨੇ, ਕਿਉਂਕਿ ਤੁਸੀਂ ਕਿਸੇ ਪੀਰੀਅਡ ਨੂੰ ਦੇਖਣਾ, 15ਵੀਂ ਸਦੀ, 14ਵੀਂ ਸਦੀ, 13ਵੀਂ ਸਦੀ, 16ਵੀਂ ਸਦੀ, 20ਵੀਂ ਸਦੀ, ਉਹ ਸਾਰੀ ਦੀ ਸਾਰੀ ਕਿਸ ਕਿਸਮ ਦਾ, ਜੇ ਇੰਡਸਟਰੀਅਲ ਰੈਵੋਲੂਸ਼ਨ ਕਿਵੇਂ ਸਟਾਰਟ ਹੋਇਆ, ਕਿਵੇਂ ਲੋਕ ਸੀ, ਕਿਸ ਪੱਧਰ ਤੇ ਸੀ, ਉਹ ਤੁਹਾਡੇ ਇੱਕ ਬਹੁਤ ਵੱਡੇ ਹਿੱਸੇ ਦਾ ਪਾਰਟ ਹੁੰਦਾ ਤੁਹਾਡਾ, ਜਿਹਨੇ ਤੁਹਾਡੇ ਸਾਰੇ ਦੇ ਸਾਰੇ ਡਾਇਨਾਮਿਕਸ ਨੂੰ ਲੈ ਕੇ ਆਉਣਾ ਹੁੰਦਾ। ਜੇ ਤੁਸੀਂ ਸਿਲੈਕਟਿਵ ਕਰੋਗੇ, ਆਈਡੀਆ ਨੂੰ ਸਿਲੈਕਟਿਵ ਕਰੋਗੇ, ਨੌਲੇਜ ਨੂੰ ਸਿਲੈਕਟ ਕਰ ਲੋਗੇ, ਤਾਂ ਇਹਨੂੰ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਅਨੁਸਾਰ ਇਹ ਬਲੈਕ ਈਅਰ ਹੀ ਹੋ ਸਕਦਾ। ਇਹਦਾ ਰੂਪ ਆਉਣ ਵਾਲੇ ਸਮੇਂ 'ਚ ਕਿੱਧਰ ਨੂੰ ਪਲਟ ਸਕਦਾ, ਇਹ ਇੱਕ ਟ੍ਰੈਜੇਡਿਕ ਪਹਿਲੂ ਆ ਅੱਜ ਦੇ ਦੌਰ ਦਾ। ਹਿਟਲਰ ਦੇ ਨਾਲ, ਹਿਟਲਰ ਦੇ ਪ੍ਰੋਪਾਗੈਂਡਿਆਂ ਦੇ ਨਾਲ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਹਾਂ ਇਹੋ ਜਿਹੀਆਂ ਮੂਵਮੈਂਟਸ ਦਾ, ਕੀ ਸਰ ਇਹ ਬਹੁਤ ਵੱਡੀ ਗੱਲ ਹੈ ਜਾਂ ਇਹ ਉਹ ਹੈ ਵੀ ਹਜੇ ਆਪਾਂ ਨਹੀਂ ਕਰ ਸਕਦੇ ਕਿਉਂਕਿ ਹਜੇ ਸਾਡੇ ਕਾਲਜੇ 'ਚ ਆ ਕੇ ਛੁਰੀ ਵੱਜੀ ਨਹੀਂ ਹੈਗੀ? ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਸੱਤਾਧਾਰੀ ਧਿਰ ਆ, ਚਲੋ ਅਗਰ ਆਪਾਂ ਹਿਟਲਰ ਤੱਕ ਨਾ ਪਹੁੰਚਣਾ ਹੋਵੇ, ਇਹ ਆਪਣੇ ਹਿਸਾਬ ਦੇ ਨਾਲ ਪੋਲੀਟੀਕਲ ਪ੍ਰੋਪਾਗੈਂਡਾ ਸੈਟਲ ਕਰ ਰਹੀ ਹੈ, ਜਿਹਨੂੰ ਬੜੇ ਪ੍ਰਮੁੱਖਤਾ ਦੇ ਨਾਲ ਇੱਕ ਸ਼ਬਦ ਵਰਤਿਆ ਜਾਂਦਾ ਹੈ, ਭਗਵਾਕਰਨ? ਆਰਐਸਐਸ ਦੀ ਆਈਡੀਓਲੋਜੀ ਨੂੰ ਸਾਡੇ ਸਿਲੇਬਸਾਂ ਦੇ ਵਿੱਚ ਸਟੂਡੈਂਟਸ ਤੱਕ ਪਹੁੰਚਾਇਆ ਜਾ ਰਿਹਾ, ਕੀ ਇਹ ਗੱਲ ਕਹਿਣੀ ਸਹੀ ਹੋਏਗੀ? ਦੇਖੋ, ਕਾਰਨ ਤਾਂ ਇਹ ਆ, ਜਿਸ ਕਿਸਮ ਦਾ, ਜੇ ਅਸੀਂ ਇਹਨੂੰ ਰਜਿਸਟ ਨਹੀਂ ਕਰਦੇ, ਕਿਉਂਕਿ ਬਹੁਤ ਟ੍ਰੈਡੀਸ਼ਨਸ ਐਜੂਕੇਸ਼ਨ ਦੀਆਂ ਚੱਲਦੀਆਂ ਰਹੀਆਂ, ਜਿਵੇਂ ਸਾਡੇ ਕ੍ਰਿਸ਼ਨਾ ਮੂਰਤੀ ਦੇ ਟ੍ਰੈਡੀਸ਼ਨ ਸੀ, ਜਾਂ ਰਵਿੰਦਰਨਾਥ ਉਹਨਾਂ ਦੀ ਟ੍ਰੈਡੀਸ਼ਨ ਸੀ, ਜਾਂ ਇਕਲਵਿਆ ਦੀ ਟ੍ਰੈਡੀਸ਼ਨ ਸੀ। ਬਹੁਤ ਵੱਖ-ਵੱਖ ਐਜੂਕੇਸ਼ਨ ਦੀਆਂ ਇਸੇ ਤਰ੍ਹਾਂ ਨੌਲੇਜ ਦੀਆਂ ਟ੍ਰੈਡੀਸ਼ਨਸ ਨੇ, ਆਊਟ ਆਫ ਸਿਸਟਮ ਵੀ ਚੱਲਦੀਆਂ ਨੇ। ਉਹਨਾਂ ਜਿਹੜੀਆਂ ਨੂੰ ਵੱਖ-ਵੱਖ ਸੰਸਥਾਵਾਂ ਦੇ ਅੰਦਰ ਅਸੀਂ ਜਿਹੜੀ ਰਜਿਸਟਰ ਕਰਕੇ ਉਹਦੇ ਤੇ ਪਹਿਰੇਦਾਰੀ ਕਰਕੇ, ਸਾਡੀ ਬੇਸਿਕਲੀ ਅੱਜ ਇੱਕ ਟ੍ਰੈਜੇਡਿਕ ਪਹਿਲੂ ਇਹ ਬਹੁਤ ਵੱਡਾ, ਜਿਹੜੀ ਮਿਡਲ ਕਲਾਸ ਪੜ੍ਹਿਆ ਲਿਖਿਆ ਸੈਕਸ਼ਨ, ਜਿਹਦੇ ਚ ਨੌਲੇਜ ਆ, ਜਿਹੜੀ ਇਨਲਾਈਟਨ ਆ, ਜੇ ਉਹਨੂੰ ਇਸ ਜਿੰਨੀ ਤੇਜ਼ੀ ਨਾਲ ਇਹਦੇ ਤੇ ਵਰਕ ਕਰਨਾ ਚਾਹੀਦਾ, ਸੋਚਣਾ ਚਾਹੀਦਾ, ਸੈਂਸਿਟਾਈਜ਼ ਹੋਣਾ ਚਾਹੀਦਾ, ਉਹ ਹਿੱਸਾ ਜੇ ਹੌਲੀ ਹੌਲੀ ਸਿਰਫ ਆਪਣੇ ਮੁਖ ਤੱਕ ਸੀਮਤ ਹੋ ਜੂ, ਤਾਂ ਇਹ ਅਸੀਂ ਟ੍ਰੈਜੇਡੀ ਐਜੂਕੇਸ਼ਨ ਚ ਵੀ ਭੁਗਤ ਰਹੇ ਹਾਂ। ਮਿਡਲ ਤੇ ਅਪਰ ਕਲਾਸ ਜਿਹੜੀ ਕਾਮਨ ਐਜੂਕੇਸ਼ਨ ਸਿਸਟਮ ਨਾਲੋਂ ਵੱਖਰੀ ਹੋ ਜਾਂਦੀ ਆ, ਤਾਂ ਉਹਦਾ ਕ੍ਰਾਈਸਿਸ ਵੱਡਾ ਹੁੰਦਾ। ਕਠਾਰੀ ਕਮਿਸ਼ਨ ਲਿਖਿਆ ਸੀ, ਕਹਿੰਦਾ ਜਦੋਂ ਕਲਾਸ ਤੇ ਮਾਸਿਸ ਟੁੱਟ ਜਾਣਗੇ, ਉਹ ਮੁਲਕ ਬਹੁਤ ਭੈੜੀ ਸਿਚੁਏਸ਼ਨ। ਕਲਾਸਿਸ ਤੋਂ ਭਾਵ ਹੁੰਦਾ ਸੀ ਜਿਵੇਂ ਮਿਡਲ ਤੇ ਅਪਰ ਕਲਾਸਿਸ ਆ, ਮਾਸਿਸ ਇੱਕ ਕਾਮਨ ਲੋਕ, ਨੌਲੇਜ ਆਉਂਦੀ ਕਾਮਨ ਲੋਕ ਆ। ਤੁਸੀਂ ਕਿੰਨੇ ਕਿੱਸਾ ਘਰ ਕੱਢ ਲਓ, ਕਿੰਨੇ ਕਹਾਣੀ ਕੱਢ ਲਓ,
ਕਿੰਨੇ ਲੋਕ ਨੇ ਜਿਨ੍ਹਾਂ ਕੋਲੇ ਨੌਲੇਜ ਦੀਆਂ ਵੱਡੀਆਂ ਟ੍ਰੈਡੀਸ਼ਨਸ ਨੇ, ਉਹ ਕਿਸੇ ਸੰਸਥਾਵਾਂ ਚੋਂ ਨਹੀਂ ਆਏ ਸੀ। ਉਹ ਅਸੀਂ ਸਾਡੀ ਦੇਖਣ ਵਾਲੀ ਤੀਜੀ ਅੱਖ ਵੀ ਕਮਜ਼ੋਰ ਹੋ ਗਈ ਆ ਪੜ੍ਹੇ ਲਿਖੇ ਸੈਕਸ਼ਨਸ ਦੀ, ਕਿ ਅਸੀਂ ਉਹ ਨੌਲੇਜ ਨੂੰ, ਜਿਹਨੂੰ ਇਹ ਨੌਲੇਜ ਨੂੰ 2005 ਨੇ ਬਹੁਤ ਜ਼ੋਰ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਵੱਖ-ਵੱਖ ਜਿਹੜੀਆਂ ਆਸਪੈਕਟ ਸੀ ਉਹਨੂੰ ਸ਼ਾਮਲ ਕੀਤੇ ਸੀ। ਜੇ ਹੁਣ ਜਾ ਕੇ ਸਾਡੀ ਯੂਨੈਸਕੋ ਦੇ ਵਿੱਚ ਐਕਸਪਰਟ ਜਿਹੜੀ ਉਹ ਲੈਕਚਰ ਦਿੰਦੀ ਆ ਕਿ ਮੈਨੂੰ ਖਦਸ਼ਾ ਇਹ ਆ ਕਿ ਜੇ 2020 ਤੋਂ 2030 ਨੂੰ ਦੁਨੀਆ ਦੀਆਂ ਭਾਸ਼ਾਵਾਂ ਸੀ ਬਚਾਉਣ ਦੀ ਗੱਲ ਕਰ ਰਹੇ ਆ, ਤਾਂ ਮੈਂ ਕਹਿੰਦੀ ਉਹ ਧਰਤੀ ਤੇ ਰਹਿ ਰਹੀਆਂ ਜਿਹਦੇ ਸਾਹਮਣੇ ਬਹੁਤ ਭਾਸ਼ਾਵਾਂ ਜਿਹੜੀਆਂ ਸਿਲੇਬਸਾਂ ਚੋਂ, ਕਰੀਕੁਲਮ ਚੋਂ, ਐਜੂਕੇਸ਼ਨ ਚੋਂ ਉਹਦੀਆਂ ਟ੍ਰੈਡੀਸ਼ਨਾਂ, ਪਰੰਪਰਾਵਾਂ ਕੱਢੀਆਂ ਜਾ ਰਹੀਆਂ। ਜਿਵੇਂ ਕੋਰਟਾਂ ਦਾ ਮਸਲਾ ਹੋ ਗਿਆ, ਜਾਂ ਕਿਸੇ ਰਿਲੀਜਨ ਦੀਆਂ ਵੈਲਿਊਜ਼ ਦਾ ਮਸਲਾ ਹੋ ਗਿਆ, ਕਲਚਰ ਦਾ ਮਸਲਾ ਹੋ ਗਿਆ, ਹਿਸਟਰੀ ਦਾ ਮਸਲਾ ਹੋ ਗਿਆ, ਉਹ ਜਿਹੜੀਆਂ ਸਾਰੇ ਦੇ ਸਾਰੇ ਆਸਪੈਕਟ ਕੱਢੇ ਜਾਂਦੇ ਨੇ। ਤਾਂ ਇਹ ਕਹਿੰਦੀ ਵੀ ਮੇਰੇ ਮੁਲਕ 'ਚ ਵੀ ਇਹ ਵਾਪਰ ਰਿਹਾ, ਅਸੀਂ ਕਿਹੜੇ ਢੰਗ ਨਾਲ ਮਲਟੀ ਭਾਸ਼ਾਵਾਂ, ਮਲਟੀ ਕਲਚਰਲ ਡਾਇਵਰਸਿਟੀ, ਇੰਨੇ ਨੌਲੇਜ ਵਾਲੇ ਕੇਂਦਰ ਆ ਜਿਹੜੇ, ਜਿਨ੍ਹਾਂ ਨੂੰ ਅਸੀਂ ਇਸ ਤੋਂ ਗਿਆਨ ਹਾਸਲ ਕਰਕੇ, ਕਿਉਂਕਿ ਐਜੂਕੇਸ਼ਨ ਦਾ ਪ੍ਰੋਜੈਕਟ ਇਨਲਾਈਟਨਮੈਂਟ ਦਾ ਪ੍ਰੋਜੈਕਟ ਹੁੰਦਾ, ਉਹ ਕੋਈ ਸਕਿੱਲ ਦਾ ਪ੍ਰੋਜੈਕਟ ਨਹੀਂ ਹੁੰਦਾ। ਸਕਿੱਲ ਹੁੰਦੀ ਆ ਰੋਟੀ ਰਿਸਕ ਖਾਣ ਵਾਸਤੇ। ਤਾਂਹੀਓ ਤਾਂ ਗਾਂਧੀ ਜੀ ਕਹਿੰਦੇ ਸੀ ਪ੍ਰੋਡਕਸ਼ਨ ਪਲੱਸ ਨੌਲੇਜ ਦਾ ਰਿਲੇਸ਼ਨਸ਼ਿਪ ਕੀ ਹੋਵੇ, ਦੋਵੇਂ ਚੀਜ਼ਾਂ ਜੁੜੀਆਂ ਹੋਣ। ਸਾਡੀ ਬਹੁਤ ਵੱਡੀ ਪਰੰਪਰਾ ਐਜੂਕੇਸ਼ਨ ਤੇ ਜਿਹੜਾ ਪੈਦਾਵਾਰ ਉਹਦੇ ਨਾਲ ਸੰਬੰਧਾਂ ਤੇ ਜੁੜੀ ਸੀ। ਉਹਦੇ ਚੋਂ ਸਿੱਖਦੇ ਸੀ ਕੰਮ, ਨਾਲ ਦੀ ਨਾਲ ਕੋਈ ਚੀਜ਼ਾਂ ਲਿਖਦੀਆਂ ਸੀ। ਕਿੰਨੇ ਗ੍ਰੰਥ ਲਿਖੇ ਗਏ, ਕਿੰਨੀ ਅੱਜ ਵੀ ਕਵਿਤਾ, ਕਹਾਣੀ। ਕਿਸਾਨ ਅੰਦੋਲਨ 'ਚ ਅਨਪੜ੍ਹ ਲੇਡੀਜ਼ ਨੇ, ਛੋਟੇ ਛੋਟੇ ਸਿੰਗਰਾਂ ਨੇ, ਛੋਟੇ ਛੋਟੇ ਬੱਚਿਆਂ ਨੇ ਕਿੰਨਾ ਲਿਟਰੇਚਰ ਵਿਕਸਿਤ ਕਰਦਾ ਸੀ। ਉਹ ਕਿਉਂ ਨਹੀਂ ਸ਼ਾਮਲ? ਜੇ ਅਸੀਂ ਉਹਨੂੰ ਬਾਹਰ ਕੱਢ ਦਿਆਂਗੇ ਤਾਂ ਉਹ ਇੱਕ ਵੱਡੀ ਟ੍ਰੈਜਡੀ ਵਾਪਰ ਜੂਗੀ, ਜਿਹੜੀ ਵਾਪਰ ਰਹੀ ਹੈ। ਜਦੋਂ ਇਹ ਚੀਜ਼ਾਂ ਨੂੰ ਬਾਹਰ ਕੱਢਦੇ ਆ, ਉਹ ਲੋਕਾਂ ਦੀ ਕ੍ਰੀਏਟਿਵ ਚੋਂ, ਪ੍ਰੋਟੈਸਟ ਚੋਂ, ਲੜਾਈ ਚੋਂ ਸੋਚਣ ਵਾਸਤੇ ਉਹ ਇਸ ਕਿਸਮ ਦੀ ਨੌਲੇਜ, ਸਾਡੀ ਉਹ ਨੌਲੇਜ ਦਾ ਭੰਡਾਰ ਸੀ। ਕਿੰਨੀਆਂ ਲੜਕੀਆਂ ਨੇ, ਲੜਕਿਆਂ ਨੇ ਕਿਸ ਕਿਸਮ ਦੀ, ਉਹਨਾਂ ਨੂੰ ਸਿਲੇਬਸਾਂ ਸ਼ਾਮਲ ਕਰਨ ਦੀ ਲੋੜ ਸੀ। ਉਹਨਾਂ ਨੂੰ ਇਨਕਾਰਪੋਰੇਟ ਹਮੇਸ਼ਾ ਹੀ ਤਾਂ ਅਪਡੇਟ ਕੀਤੇ ਜਾਂਦੇ ਆ ਕਰੀਕੁਲਮ, ਤਾਂ ਕਿ ਜੋ ਗਿਆਨ ਹੁਣ ਤੱਕ ਆਇਆ ਉਹਨੂੰ ਅਸੀਂ ਜੋੜੀਏ। ਪੁਰਾਣਾ ਰੁਕ ਕਦੋਂ ਗਿਆ ਸੀ? ਜਦੋਂ 1964 ਚ ਕਠਾਰੀ ਕਮਿਸ਼ਨ ਉਹਨਾਂ ਨੇ ਕਿਹਾ ਸੀ 10 ਸਾਲ ਦੇ ਬਾਅਦ ਇਹਨੂੰ ਰਿਵਾਈਜ਼ ਕਰਨਾ ਚਾਹੀਦਾ, ਅਪਡੇਟ। ਅੰਗਰੇਜ਼ ਇਸ ਗੱਲੋਂ ਉਹ ਕੀ ਕਰਦੇ ਸੀ, 20-20 ਸਾਲ ਬਾਅਦ ਰਿਵਾਈਜ਼ ਕਰਦੇ। ਕਹਿੰਦੇ ਨਵੀਆਂ ਚੇਂਜਸ ਆ ਗਈਆਂ, ਪੁਰਾਣੀਆਂ ਨੂੰ ਕਿਵੇਂ ਅਪਡੇਟ ਕਰਨਾ, ਨਵੇਂ ਗਿਆਨ ਦੇ ਕੇਂਦਰ ਆ ਗਏ ਨੇ, ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕਿਵੇਂ ਕਰਨਾ। ਇਸ ਕਰਕੇ ਹਮੇਸ਼ਾ ਖੁੱਲੇ ਮਨ ਨਾਲ, ਖੁੱਲੇ ਦਿਮਾਗ ਨਾਲ, ਨੌਲੇਜ ਦੇ ਆਧਾਰ ਤੇ ਚੀਜ਼ਾਂ ਚੱਲਦੀਆਂ ਨੇ। ਜੇ ਸਟੇਟ ਪਾਵਰ ਸਿਲੈਕਟਡ ਕਰਨਾ ਸ਼ੁਰੂ ਕਰ ਦੂ, ਗਿਆਨ ਨੂੰ ਮਾਰਨਾ ਸ਼ੁਰੂ ਕਰ ਦੂ, ਉਹਨੂੰ ਬੰਧੇਜ ਕਰਨਾ ਸ਼ੁਰੂ ਕਰ ਦੂ, ਉਹਨੂੰ ਛੋਟਾ ਕਰਨਾ ਸ਼ੁਰੂ ਕਰ ਦੂ, ਤਾਂ ਉੱਥੇ ਧਰਤੀ ਤੇ ਬੰਦਾ ਨਹੀਂ ਬਚੂਗਾ। ਮਸ਼ੀਨ ਹੋ ਸਕਦੀ ਆ ਤੇ ਸਿਲੈਕਟਡ ਅਪਰੋਚ ਵਾਲਾ ਵਿਅਕਤੀ ਹੋ ਸਕਦਾ, ਜਿਹੜਾ ਸਾਡੇ ਇਸ ਸਮਾਜ 'ਚ ਪੈਦਾ ਵੀ ਹੋ ਰਿਹਾ। ਵੈਸੇ ਵੀ ਜਿਸ ਤਰ੍ਹਾਂ ਹੁਣ ਟੈਕਨੋਲੋਜੀ ਬਹੁਤ ਹਾਵੀ ਹੋ ਚੁੱਕੀ ਹੈ, ਸਟੂਡੈਂਟਸ ਗੂਗਲ ਤੇ ਭਰ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਅਲੱਗ-ਅਲੱਗ ਵੈਬਸਾਈਟਾਂ ਤੋਂ ਬਸ ਟਾਈਟਲ ਭਰਦੇ ਨੇ, ਔਰ ਉਹ ਸਾਰਾ ਹੋਮਵਰਕ ਜਿਹੜਾ ਉਹਨਾਂ ਨੂੰ ਫ੍ਰੀ ਦੇ ਵਿੱਚ ਕੀਤਾ ਕਰਾਇਆ ਬੜੀ ਆਸਾਨੀ ਨਾਲ ਮਿਲ ਜਾਂਦਾ ਹੈ। ਆਮ ਰਿਵਾਇਤ ਹੈ ਜੀ ਸਟੂਡੈਂਟ ਲਾਈਫ ਦੇ ਵਿੱਚ, ਅਸੀਂ ਤਾਂ ਕਰਦੇ ਰਹੇ ਹਾਂ, ਤੁਸੀਂ ਜ਼ਿਆਦਾ ਪੜ੍ਹਾਈ ਤੇ ਫੋਕਸ ਕੀਤਾ ਹੈ ਸਰ। ਅੰਡਰਲਾਈਨ ਕਰ ਲਈ ਦੀਆਂ ਸੀ ਚੀਜ਼ਾਂ ਕਿ ਬਸ ਇਹੀ ਚੀਜ਼ਾਂ ਪੜ੍ਹਨੀਆਂ ਨੇ, ਇਹੀ ਪੇਪਰ 'ਚ ਆਉਣਗੀਆਂ, ਇਹੀ ਲਿਖ ਕੇ ਅਸੀਂ ਨੰਬਰ ਲੈ ਕੇ ਆ ਜਾਵਾਂਗੇ। ਵੈਸੇ ਵੀ ਇਹ ਰਿਵਾਇਤ ਬਹੁਤ ਘੱਟ ਚੁੱਕੀ ਹੈ ਗਹਿਰਾਈ ਦੇ ਨਾਲ ਜਾ ਕੇ ਪੜ੍ਹਨ ਦੀ, ਔਰ ਆਪਾਂ ਹੋਰ ਚੀਜ਼ਾਂ ਨੂੰ ਬਿਲਕੁਲ ਡਿਲੀਟ ਕਰੀ ਜਾ ਰਹੇ ਹਾਂ ਆਪਣੀਆਂ ਟੈਕਸਟ ਬੁੱਕਸ ਦੇ ਵਿੱਚੋਂ। ਔਰ ਜੋ ਮੇਨ ਪ੍ਰਮੁੱਖ ਮੁੱਦਾ ਸੀਗਾ ਕਿ ਡੈਮੋਕ੍ਰੇਸੀ, ਲੋਕਤੰਤਰ, ਇਸ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੀ ਐਡੇ ਵੱਡੇ ਫੈਸਲਿਆਂ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਚਾਹੇ ਪਾਰਲੀਮੈਂਟ ਦੇ ਸਪੈਸ਼ਲ ਸੈਸ਼ਨ ਸੱਦੇ ਜਾਣ ਜਾਂ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਹਿੱਸਾ ਬਣਾਇਆ ਜਾਵੇ। ਸਰ, ਮੈਂ ਆਖਿਰ ਦੇ ਵਿੱਚ ਤੁਹਾਨੂੰ ਹੀ ਕਹਾਂਗੀ ਕਿ ਤੁਸੀਂ ਇਸ ਵੀਡੀਓ ਨੂੰ ਐਂਡ ਕਰੋ, ਕੁਝ ਸ਼ਬਦ ਸਾਇੰਟਿਫਿਕ ਟੈਂਪਰਾਮੈਂਟ ਦੇ ਨਾਲ ਜੁੜੇ ਹੋਏ, ਥੋੜੀ ਜਿਹੀ ਇੰਸਪੀਰੇਸ਼ਨਲ ਸਾਨੂੰ ਦੱਸੋ ਜੀ। ਦੇਖੋ, ਮੈਨੂੰ ਅੱਜ ਵੀ ਉਹ ਮਹੱਤਵਪੂਰਨ ਸ਼ਬਦ ਪ੍ਰੋਫੈਸਰ ਜਸ਼ਪਾਲ ਦੇ ਉਸ ਲੈਟਰ ਚੋਂ ਦਿਖਾਈ ਦੇ ਰਹੇ ਨੇ, ਜਿਹੜਾ ਕਹਿੰਦਾ ਕਿ ਮੇਰਾ ਖੁਸ਼ੀ ਦਾ ਚਾਅ ਉਦੋਂ ਇੰਨਾ ਜ਼ਿਆਦਾ, ਜਿਹੜਾ ਅੱਜ ਵੀ ਉਹਨੇ ਲਾਸਟ ਉਮਰ ਤੱਕ ਕਿਹਾ ਵੀ ਖਤਮ ਨਾ ਹੋਇਆ, ਜਦੋਂ ਮੈਂ ਇੱਕ ਕਾਰਡ ਤੇ ਨਹਿਰੂ ਨੂੰ ਪੱਤਰ ਲਿਖਿਆ ਕਿ ਮੈਂ ਰੇਜ਼ ਕੱਢ ਲਈਆਂ ਨੇ ਜਿਹੜੀਆਂ ਉੱਥੋਂ ਬਣ ਰਹੀਆਂ ਨੇ, ਜਿਨ੍ਹਾਂ ਤੋਂ ਊਰਜਾ ਵੀ ਪੈਦਾ ਹੋ ਤੇ ਉਹਨਾਂ ਤੋਂ ਵੱਖ-ਵੱਖ એનર્ਜੀ ਪੈਦਾ ਹੋ। ਮੈਂ ਇਹੋ ਜਿਹਾ ਐਕਸਪੈਰੀਮੈਂਟ ਕਰ ਲਿਆ ਤੇ ਮੈਂ ਚਾਹੁੰਦਾ ਕਿ ਤੁਸੀਂ ਇਸ ਮੇਰੇ ਐਕਸਪੈਰੀਮੈਂਟ ਨੂੰ ਦੇਖ ਜੋ। ਤਾਂ ਉਹਨਾਂ ਕਿਹਾ ਪ੍ਰਧਾਨ ਮੰਤਰੀ ਨੇ ਕਿ ਮੈਂ ਇੱਥੇ ਆਉਂਗਾ, ਤੂੰ ਕਿਸੇ ਨੂੰ ਦੱਸਣਾ ਨਹੀਂ, ਫੋਟੋਗ੍ਰਾਫਰ ਨੂੰ ਨਹੀਂ ਦੱਸਣਾ, ਕਿਸੇ ਨੂੰ ਨਹੀਂ। ਮੈਂ ਹਫਤਾ ਤੇਰੇ ਪ੍ਰੈਕਟੀਕਲ ਕਰਦਿਆਂ ਦੇਖ ਕੇ
ਉਸ ਕਿਸਮ ਦੇ ਥਾਂ ਦੇ ਉੱਪਰ ਬੈਠ ਕੇ ਮੈਂ ਤੇਰੇ ਨਾਲ ਐਕਸਪੈਰੀਮੈਂਟ ਸਾਂਝਾ ਕਰੂੰ। ਜੇ ਸਾਡੇ ਦੇਸ਼ ਦਾ ਉਪ ਪ੍ਰਧਾਨ ਮੰਤਰੀ ਵੱਡੇ ਸਾਡੇ ਜਿਹੜੇ ਮਾਹਰ ਨੇ ਉਹ ਛੋਟੇ ਛੋਟੇ ਜਿਹੜੇ ਤਜਰਬੇ ਨਵੀਆਂ ਕ੍ਰੀਏਸ਼ਨਸ ਹੋ ਰਹੀਆਂ ਨੇ ਉਹਨੂੰ ਡਿਵੈਲਪ ਕਰ ਦਿੰਦੇ ਨੇ ਤਾਂ ਇਹ ਧਰਤੀ ਇੰਨੀ ਖੂਬਸੂਰਤ ਆ, ਇੰਨੀਆਂ ਜ਼ਬਾਨਾਂ, ਇੰਨੀ ਭਾਸ਼ਾ, ਇੰਨਾ ਇੰਟੈਲੈਕਟ ਜਿਹੜਾ ਦੁਨੀਆ 'ਚ ਪ੍ਰਵਾਸ ਕਰਕੇ ਸੈਟਲਮੈਂਟ ਹੋ ਕੇ ਜਾ ਰਿਹਾ, ਇਸ ਧਰਤੀ ਦੀ ਖੂਬਸੂਰਤੀ ਨੂੰ ਬਚਾ ਸਕਦਾ। ਲੋੜ ਆ ਕੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਦੀ, ਉਹਨਾਂ ਨੂੰ ਵਿਕਸਿਤ ਕਰਨ ਲਈ ਇਸ ਧਰਤੀ ਤੇ ਵਿਗਿਆਨ ਦੇ ਮੰਦਰ ਵਿਕਸਿਤ ਕਰਨ ਦੀ ਲੋੜ ਆ। ਜਿਹੜੇ ਸ਼ਬਦ ਪਹਿਲੇ ਪ੍ਰਧਾਨ ਮੰਤਰੀ ਨੇ ਪ੍ਰੋਫੈਸਰ ਜਸ਼ਪਾਲ ਹੋਣਾ ਨੂੰ ਕਿਹਾ ਸੀ, ਜਿਨ੍ਹਾਂ ਕਿਹਾ ਸੀ ਕਿ ਹਰ ਬੱਚੇ ਦੇ ਅੰਦਰ ਇੰਨੀ ਕ੍ਰੀਏਟਿਵਿਟੀ ਹੁੰਦੀ ਆ, ਹਰ ਬੱਚਾ ਵਿਗਿਆਨੀ ਹੁੰਦਾ ਤੇ ਅਸੀਂ ਵਿਗਿਆਨੀ ਬਣਾਉਣਾ। ਉਹ ਸਿਲੇਬਸ ਤੇ ਉਹ ਕਿਤਾਬਾਂ ਸਾਡੇ ਬੱਚਿਆਂ ਨੂੰ ਚਾਹੀਦੀਆਂ ਕਿ ਉਹ ਕ੍ਰੀਏਟਿਵ ਵੀ ਹੋਵੇ ਤੇ ਵਿਗਿਆਨੀ ਵੀ ਹੋਵੇ, ਉਹ ਦੂਰ ਤੱਕ ਆਪਣੀ ਇਮੇਜਿਨੇਸ਼ਨ ਵੀ ਵਿਕਸਿਤ ਕਰ ਸਕਦਾ ਹੋਵੇ। ਤੁਸੀਂ ਪ੍ਰਵਾਸ ਦਾ ਮਸਲਾ ਛੂਹਿਆ ਸਰ। ਪ੍ਰਵਾਸ ਨਾਲ ਜੁੜਿਆ ਹੋਇਆ ਚੈਪਟਰ ਵੀ ਸਿਲੇਬਸ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ, ਜੋ ਸਾਡਾ ਪ੍ਰਮੁੱਖ ਮੁੱਦਾ ਹੈ। ਇਨਵਾਇਰਨਮੈਂਟ ਨਾਲ ਜੁੜਿਆ ਮਸਲਾ ਵੀ, ਵਾਤਾਵਰਣ ਦੀਆਂ ਤਬਦੀਲੀਆਂ ਨਾਲ, ਉਹ ਵੀ ਸਿਲੇਬਸ ਚੋਂ ਕੱਢ ਦਿੱਤਾ ਗਿਆ ਸਰ। ਦਰਸ਼ਕਾਂ ਦੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਦੀ ਗੱਲਬਾਤ ਨੂੰ ਇੱਥੇ ਵਿਰਾਮ ਦਿੰਦੇ ਹਾਂ। ਤੁਹਾਡੇ ਅੱਗੇ ਹੋਰ ਪ੍ਰੋਗਰਾਮਾਂ ਦੀ ਰਿਕੁਐਸਟ ਲੈ ਕੇ ਆਵਾਂਗੇ ਕਿ ਆਪਾਂ ਐਜੂਕੇਸ਼ਨ ਦੇ ਮੈਟਰ ਨੂੰ ਹੋਰ ਡਿਸਕਸ ਕਰੀਏ। ਅੱਜ ਦੇ ਲਈ ਤੁਸੀਂ ਡਾਕਟਰ ਸਾਹਿਬ ਸਮਾਂ ਕੱਢਿਆ, ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ।